पंजाब मेल टीवी USA देख रहे सारे दर्शकों का स्वागत है। मैं तेजपाल सिंह मनहास ते लैके हाज़र हाँ प्रोग्राम खबर जंक्शन। गल्लां बातां करनगे, खबरों बारे सानू जानकारी देणगे सरदार नरिंदर सिंह सत्ती हुणी आए बैठे आ। उन्होंने जी आया कहिए। सत्ती साहब जी आया नूं सत श्री अकाल जी। सत श्री अकाल जी। सत्ती साहब अल्लाह यार खां जोगी जी बहुत मशहूर शायर होए ने जिन्हां ने छोटे साहिबजादे वड्डे साहिबजादियां बारे गंजे शहीदां भी लिखी है। वो कहते हैं चमक है मिहर की चमकौर तेरे ज़र्रों में, बन के गए हैं यहीं से सितारे आसमां के लिए। सो जिवें अजकल समा चल रहा, शहीदी दिहाड़े चल रहे आ, सारिਆਂ ਨੂੰ पता इन्नी ठंड दे विच किवें छोटे साहिबजादियां नूं वज़ीर खान ने तंग कीता जां वड्डे साहिबजादियां दी जिहड़ी अदुੱਤੀ शहादत है उहनूं असीं सारे सलाम करते हैं। तो किवें देखदे हो इहनूं और अज दा जो एक अज भी इतिहास सिरजिया जा रहा मेरे हिसाब नाल किवें जुड़दा है आपस च? हुण 3 सदियां तो उत्ते समा लंघ गया जी। पोह दे महीने नाल अपना पुराना वाह आ जी। ਪਹਿਲਾਂ ਤਾਂ ਚਮਕੌਰ ਦੀ ਗੜੀ 'ਚ ਵੱਡੇ ਸਾਹਿਬਜ਼ਾਦੇ ਅਜੀਤ ਤੇ ਜੁਝਾਰ ਸਿੰਘ ਸ਼ਹੀਦ ਹੁੰਦੇ ਨੇ ਜੀ। ਫਿਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਜੀ। ਫਤਿਹਗੜ੍ਹ ਸਾਹਿਬ ਬਿਲਕੁਲ। ਜੋਰਾਵਰ ਤੇ ਫਤਿਹ ਸਿੰਘ ਹੋਰੀ ਜੀ। ਇਹ ਮਹੀਨਾ ਸਾਡੇ ਲਈ ਸੋਗ ਦਾ ਮਹੀਨਾ ਆ। ਬਿਲਕੁਲ। ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਆ ਜੇ ਸਾਰੇ ਪੰਜਾਬੀ ਨਹੀਂ, ਸਾਰੇ ਸਿੱਖ ਨਹੀਂ ਤਾਂ ਸਰਹੰਦ ਫਤਿਹਗੜ੍ਹ ਸਾਹਿਬ ਦੇ ਇਲਾਕੇ ਦੇ ਵਿੱਚ ਭਾਦਸੋਂ ਨਾਭੇ ਦੇ ਇਲਾਕੇ ਦੇ ਵਿੱਚ ਲੋਕ ਪੁੰਜੇ ਸੌਂਦੇ ਨੇ ਇਹਨਾਂ ਦਿਨਾਂ ਦੇ ਵਿੱਚ। ਬਿਲਕੁਲ। ਤੇ ਬਹੁਤੇ ਘਰਾਂ 'ਚ ਪਹਿਲਾਂ ਚੁੱਲ੍ਹੇ ਨਹੀਂ ਸੀ ਬਲਦੇ ਜੀ। ਥੋੜ੍ਹਾ ਜ਼ਮਾਨਾ ਬਦਲਦਾ ਪਰ ਇਹ ਪੋਹ ਦਾ ਮਹੀਨਾ, ਇਹ ਠਰੀਆਂ ਰਾਤਾਂ ਜੀ ਸਾਡੇ ਮੁਆਸ਼ਰੇ 'ਚ, ਸਾਡੀ ਜ਼ਹਿਨੀਅਤ 'ਚ ਡੂੰਘੀਆਂ ਲੱਥੀਆਂ ਹੋਈਆਂ ਕੁਰਬਾਨੀਆਂ ਦਾ ਮਹੀਨਾ ਆ ਜੀ। ਤੇ ਇਸੇ ਪੋਹ ਦੇ ਮਹੀਨੇ ਪੰਜਾਬ ਦਿੱਲੀ ਦੀਆਂ ਸਰਹੱਦਾਂ ਤੇ ਜਾ ਕੇ ਬੈਠਾ। ਬਿਲਕੁਲ। ਇਕੱਲਾ ਪੰਜਾਬ ਹੀ ਨਹੀਂ ਬੈਠਾ, ਸਾਰੇ ਕਿਰਤੀ ਕਿਸਾਨ ਮਿਹਨਤਕਸ਼ ਮਜ਼ਦੂਰ ਲੋਕ ਜਿਹੜੇ ਆ ਬੈਠੇ ਦੇਸ਼ ਭਰ ਦੇ ਉੱਥੇ ਜਾ ਕੇ ਬੈਠੇ ਆ ਜੀ। ਜੀ। ਤੇ ਸਰਕਾਰ ਅਜੇ ਟਸ ਤੋਂ ਮਸ ਨਹੀਂ ਹੋਈ। ਕਿਸਾਨਾਂ ਦੀ ਮਿਹਨਤਕਸ਼ਾਂ ਦੀ ਇੱਕੋ ਹੀ ਮੰਗ ਆ ਵੀ ਇਹਨਾਂ ਕਾਲੇ ਕਾਨੂੰਨਾਂ ਤੇ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਬਣਾਏ ਆ ਕਰੋਨਾ ਕਾਲ ਦੌਰਾਨ ਜਿਹੜੇ ਧੱਕੇ ਨਾਲ ਹੀ ਪਾਰਲੀਮੈਂਟ 'ਚ ਪਾਸ ਕੀਤੇ ਗਏ ਤੇ ਫਿਰ ਕਾਨੂੰਨ ਦਾ ਰੂਪ ਅਖਤਿਆਰ ਕਰ ਗਏ ਵੀ ਉਹ ਮੂਲੋਂ ਹੀ ਰੱਦ ਹੋਣ, ਉਹਨਾਂ ਤੇ ਲੀਕ ਮਾਰੀ ਜਾਵੇ। ਬਿਲਕੁਲ। ਸਰਕਾਰ ਆਪਣੀਆਂ ਚਾਲਾਂ ਚੱਲ ਰਹੀ ਆ। ਕਦੀ ਤਾਂ ਭਾਜਪਾ ਦੇ ਆਗੂ ਸਮੇਤ ਪੰਜਾਬ ਦੇ ਪੂਰੇ ਦੇਸ਼ ਦੇ ਵਿੱਚ ਲੋਕਾਂ ਨੂੰ ਸਮਝਾਉਣ ਤੁਰੇ ਹੋਏ ਆ ਜੀ ਭਈ ਭਾਈ ਇਹ ਤੁਹਾਡੇ ਲਈ ਕਿਵੇਂ ਚੰਗੇ ਨੇ। ਬਿਲਕੁਲ। ਫਿਰ ਮੈਨੂੰ ਲੱਗਦਾ ਵੀ ਕਰੋੜਾਂ ਰੁਪਈਆ ਤਾਂ ਸਰਕਾਰ ਨੇ ਅਖਬਾਰਾਂ, ਰਸਾਲਿਆਂ ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਇਸ਼ਤਿਹਾਰਾਂ 'ਤੇ ਹੀ ਖਰਚ ਕਰ ਦਿੱਤਾ। ਬਿਲਕੁਲ ਕੀਤਾ। ਪਰ ਉਸ ਦਾ ਸਿਫਰ ਅਸਰ ਹੈਗਾ ਲੋਕਾਂ 'ਤੇ, ਕਿਉਂਕਿ ਲੋਕ ਹੁਣ ਜਾਣ ਚੁੱਕੇ ਆ ਵੀ ਇਹ ਕਾਰਪੋਰੇਟ ਅਦਾਰੇ ਜਿਹੜੇ ਆ ਉਹਨਾਂ ਦੇ ਦਬਾਅ ਹੇਠ ਆਣ ਕੇ ਸਰਕਾਰ ਨੇ ਬਣਾਏ ਆ। ਤੇ ਇਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਪਹਿਲੀ ਵਾਰੀ ਸ਼ਾਇਦ ਕਾਰਪੋਰੇਟ ਅਦਾਰਿਆਂ ਨੂੰ, ਜਿਵੇਂ ਆਪਾਂ ਪਹਿਲਾਂ ਕਹਿੰਦੇ ਹੁੰਦੇ ਆ, ਨੰਗੇ ਕੀਤਾ ਵੀ ਭਾਈ ਸਾਡੀ ਪਿੱਠ ਤੇ ਉਹ ਆ ਤੇ ਅਸੀਂ ਉਹਨਾਂ ਅਨੁਸਾਰ ਚੱਲ। ਬਿਲਕੁਲ। ਬਿਲਕੁਲ। ਸੋ ਹੁਣ ਜਿਹੜੀ ਲੇਟੈਸਟ ਹੈਗੀ ਆ ਭਈ ਉਹਨਾਂ ਨੇ ਇੱਕ ਚਿੱਠੀ ਜਿਹੜੀ ਆ ਤਜਵੀਜ਼ ਆਪਾਂ ਨੂੰ ਭੇਜੀ ਸੀ, ਕਿਸਾਨ ਆਗੂਆਂ ਨੇ ਉਹਦਾ ਮੰਥਨ ਕੀਤਾ ਜੀ। 5 ਮੈਂਬਰੀ ਕਮੇਟੀ ਬਣਾਈ ਆ ਤੇ ਉਹ ਕਹਿੰਦੇ ਵੀ ਸਾਰੀਆਂ ਜਿਹੜੀਆਂ ਧਿਰਾਂ ਆ ਨਾ ਉਹ ਆਮ ਸਹਿਮਤੀ ਹੋ ਜਾਵੇ ਆਲ ਇੰਡੀਆ ਦੀਆਂ ਜਿਹੜੀਆਂ ਆਲ ਇੰਡੀਆ ਦੀ। ਇਸ ਕਰਕੇ ਜਵਾਬ ਦੇਣ 'ਚ ਇੱਕ ਦਿਨ ਦਾ ਉਹਨਾਂ ਨੇ ਥੋੜ੍ਹੀ ਦੇਰੀ ਕੀਤੀ ਹੈਗੀ ਆ। ਸੋ ਦੂਸਰਾ ਇਹ ਆ ਭਈ ਜਿਵੇਂ ਇਹਦਾ ਵਿਰੋਧ ਤਾਂ ਚੱਲ ਰਿਹਾ, ਫਿਰ ਅੱਜ ਕੱਲ੍ਹ ਕਿਸਾਨ ਏਕਤਾ ਮੋਰਚਾ ਤੁਸੀਂ ਦੇਖਿਆ ਹੋਣਾ ਵੀ ਉਹਦੇ 1 ਮਿਲੀਅਨ ਤੋਂ ਉੱਤੇ ਫੋਲੋਅਰ ਹੋ ਗਏ ਨੇ। ਬਿਲਕੁਲ ਹੋ ਗਏ। 1 ਮਿਲੀਅਨ ਮਤਲਬ 10 ਲੱਖ। ਤੇ ਉਹਨਾਂ ਨੇ ਕਿਹਾ ਸੀਗਾ ਵੀ ਇਹ ਹਾਲੇ ਸ਼ੁਰੂਆਤ ਆ ਜਿਹੜੇ ਉਹਨੂੰ ਚਲਾ ਰਹੇ ਨੇ ਭਈ ਤੁਸੀਂ ਦੇਖਿਓ ਵੀ ਜੇ ਹਫ਼ਤੇ 'ਚ 10 ਲੱਖ ਹੋ ਸਕਦੇ ਆ ਵੀ ਸਾਡਾ ਟੀਚਾ 1 ਕਰੋੜ ਤੋਂ ਉੱਤੇ ਫੋਲੋਅਰ ਬਣਾਉਣ ਦਾ। ਬਿਲਕੁਲ। ਤੇ ਤੁਸੀਂ ਸ਼ਾਇਦ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਭਈ ਟਵਿੱਟਰ ਹੈਂਡਲ ਤੇ, WhatsApp ਤੇ, YouTube ਤੇ, Facebook ਤੇ ਇਸ ਵੇਲੇ ਉਹਨੂੰ ਫੋਲੋ ਕੀਤਾ ਜਾ ਰਿਹਾ ਜੀ। ਉਹਨਾਂ ਨੇ ਆਪਣਾ ਮੰਚ ਬਣਾ ਲਿਆ ਕਿਉਂਕਿ ਜਿਹੜਾ ਗੋਦੀ ਮੀਡੀਆ ਆ
ਉਹ ਤਾਂ ਸਰਕਾਰ ਦੀ ਗੱਲ ਕਰ ਰਿਹਾ, ਜੀ ਉਹ ਇੱਕੋ ਹੀ ਡੌਂਡੀ ਪਿੱਟ ਰਿਹਾ, ਇੱਕੋ ਹੀ ਢੋਲ ਵਜਾ ਰਿਹਾ ਵੀ ਇਹ ਕਾਨੂੰਨ ਬਹੁਤ ਚੰਗੇ ਆ, ਇਹ ਕਾਨੂੰਨ ਬਹੁਤ ਚੰਗੇ ਆ। ਜਿਨ੍ਹਾਂ ਲਈ ਬਣਾਏ ਆ ਉਹ ਕਹਿੰਦੇ ਸਾਨੂੰ ਇਹਨਾਂ ਕਾਨੂੰਨਾਂ ਦੀ ਲੋੜ ਨਹੀਂ ਜੀ। ਸੋ ਉਸ ਗੋਦੀ ਮੀਡੀਆ ਦਾ ਟਾਕਰਾ ਕਰਨ ਲਈ, ਝੂਠ ਦਾ ਟਾਕਰਾ ਕਰਨ ਲਈ ਇਸ ਵੇਲੇ ਜਿਹੜੇ ਆਪਣਾ IT ਸੈੱਲ ਕਿਸਾਨਾਂ ਦਾ ਉਹ ਸਰਗਰਮ ਆ। ਬਿਲਕੁਲ। ਸੋ ਇਸ ਤਰ੍ਹਾਂ ਦੀਆਂ ਹੋਰ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਜਿੱਦਾਂ ਆਪਾਂ ਛੋਟੇ ਹੁੰਦੇ ਸੀ ਤੇ ਅੱਜ ਵੀ ਜਦੋਂ ਕੋਈ ਫੌਜ ਦੀ ਗੱਡੀ ਕੋਲ ਦੀ ਲੰਘਦੇ ਆ, ਸਭ ਨੇ ਆਪਣਾ ਹੱਥ ਉਹਨਾਂ ਨੂੰ ਬਾਏ ਬਾਏ ਕਰਨ ਨੂੰ ਜਾਂ ਉਹਨਾਂ ਨੂੰ ਸਲਾਮ ਕਰਨ ਨੂੰ ਉੱਠਦਾ। ਬਿਲਕੁਲ। ਅੱਜ ਸ਼ੂਕ ਦੇ ਟਰੈਕਟਰ ਦਿੱਲੀ ਨੂੰ ਜਾਂਦੇ ਆ ਜੀ। ਦਿੱਲੀ ਦੀ ਵਾਟ ਤਾਂ ਪੰਜਾਬੀਆਂ ਦੇ ਪਹਿਲਾਂ ਹੀ ਪੈਰੀ ਲੱਗੀ ਆ। ਕਹਿ ਤਾਂ ਗੱਡੀ ਤੇ ਨਹੀਂ ਸੀ ਜਾ ਹੁੰਦਾ ਦਿੱਲੀ ਨੂੰ, ਗੱਡੀ ਤੇ ਨਹੀਂ ਸੀ ਜਾ ਹੁੰਦਾ। ਹੁਣ ਉਹ ਰਾਤ ਨੂੰ ਵਾਪਸ ਆਉਂਦੇ, ਟਰੈਕਟਰ ਲੈ ਕੇ ਸਵੇਰੇ ਫੇਰ ਤੁਰੇ ਹੁੰਦੇ 6 ਘੰਟਿਆਂ 'ਚ ਉੱਥੇ। ਜੀ ਜੀ। ਠੀਕ ਆ, ਜਕਾਰੇ ਗੱਜਦੇ ਸਪੀਕਰਾਂ ਤੋਂ। ਬਿਲਕੁਲ। ਤੇ ਲੋਕ ਜਿਹੜੇ ਆ ਰਾਹਾਂ 'ਚੋਂ ਜਿੱਥੋਂ ਲੰਘਦੇ ਆ ਉੱਥੋਂ ਉਹਨਾਂ ਨੂੰ ਸਲਾਮਾਂ ਕਰਦੇ ਆ ਜੀ। ਤਾਂ ਇਹਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਈ ਤਬਦੀਲੀਆਂ ਲਿਆਂਦੀਆਂ ਹੈਗੀਆਂ ਹਨਾ ਜੀ। ਤੇ ਦੂਸਰਾ ਵੀ ਜਿਵੇਂ ਤੁਸੀਂ ਦੇਖਦੇ ਹੋਣੇ ਆ ਵੀ ਉੜਤਾ ਪੰਜਾਬ ਦਾ ਜਿਹੜਾ ਮਿਹਣਾ ਸੀ ਉਹ ਵੀ ਪੰਜਾਬੀਆਂ ਨੇ ਧੋਤਾ। ਨੇ ਉਹ ਤਾਂ ਬਹੁਤ ਸੋਹਣੀ ਕਿਸੇ ਨੇ ਗੱਲ ਕਹੀ, ਕਹਿੰਦਾ ਤੁਸੀਂ ਉੜਤਾ ਪੰਜਾਬ ਕਹਿੰਦੇ ਸੀ, ਇਹ ਤਾਂ ਉਡਾਉਂਦਾ ਪੰਜਾਬ ਆ ਗਿਆ। ਸੰਗਰੂਰ ਦਾ ਪਿੰਡ ਮੰਗੇਵਾਲ ਹੈ, ਉਧਰ ਭਦੌੜ ਇਲਾਕੇ 'ਚ ਭੈਣੀ ਫੱਤਾ ਪਿੰਡ ਹੈ, ਤਲਵੰਡੀ ਸਾਬੋ ਦੇ ਦਰਜਨਾਂ ਪਿੰਡਾਂ ਦੇ ਨੌਜਵਾਨ ਜਿਹੜੇ ਨਸ਼ੇ ਤੇ ਲੱਗ ਗਏ ਸੀ। ਜੀ ਜੀ ਜੀ। ਉਹਨਾਂ ਨੂੰ ਇੱਕ ਨਵੀਂ ਦਿਸ਼ਾ ਮਿਲੀ ਆ, ਨਵਾਂ ਰਾਹ ਲੱਭਿਆ, ਉੱਥੇ ਗਏ, ਕਹਿੰਦੇ ਸਾਡਾ ਦਿਲ ਲੱਗਾ। ਉਹਨਾਂ ਨੂੰ ਇਸ ਅੰਦੋਲਨ ਨੇ ਨਵੇਂ ਦਿਸਹੱਦੇ ਉਹਨਾਂ ਦੀਆਂ ਜ਼ਿੰਦਗੀਆਂ 'ਚ ਮਿੱਥੇ ਆ ਔਰ ਉਹ ਨਸ਼ੇ ਨੁਸ਼ੇ ਜਿਹੜੇ ਆ ਉਹ ਮਤਲਬ ਇੱਦਾਂ ਲੱਗਦਾ ਵੀ ਹਾਲ ਦੀ ਘੜੀ ਜਿਹੜੇ ਆ ਉਹ ਕਿਤੇ ਨਜ਼ਰ ਨਹੀਂ ਆਉਂਦੇ। ਅੱਛਾ ਸੱਤੀ ਸਾਹਿਬ, ਆਪਾਂ ਥੋੜ੍ਹਾ ਜਿਹਾ ਯੂਪੀ ਦੀ ਗੱਲ ਕਰੀਏ ਜੀ। ਹਾਲਾਂਕਿ ਯੂਪੀ ਤੋਂ ਬਹੁਤ ਸਾਰੇ ਕਿਸਾਨ ਜਿਹੜੇ ਗਾਜ਼ੀਪੁਰ ਬਾਰਡਰ ਤੇ ਜਾਂ ਆਗਰੇ ਵਾਲੇ ਦੂਸਰੇ ਤੇ ਬੈਠੇ ਆ ਜੀ, ਪਰ ਬਹੁਤ ਸਾਰੇ ਕਿਸਾਨ ਹੈ ਜਿਹੜੇ ਯੂਪੀ ਦੇ ਕੁਝ ਜ਼ਿਲ੍ਹਿਆਂ ਤੋਂ ਤੁਰੇ ਹੋਏ ਆ, ਹਜ਼ਾਰਾਂ ਦੀ ਗਿਣਤੀ ਜੀ। ਉਹਨਾਂ ਦੇ ਵਿੱਚ ਕਈਆਂ ਦੇ ਵਿੱਚ ਸਿੱਖਾਂ ਦੀ ਗਿਣਤੀ, ਕਿਉਂਕਿ ਉੱਧਰ ਵੀ ਆਪਣੇ ਸਿੱਖ ਕਿਸਾਨੀ ਕਰਦੇ ਨੇ, ਹਾਂਜੀ ਕਾਫੀ ਨੇ। ਜਿਹੜੀ ਯੂਪੀ ਗੌਰਮੈਂਟ ਹੈ ਉਹਨਾਂ ਨੇ ਮੁਰਾਦਾਬਾਦ ਬਹੁਤ ਵੱਡਾ ਬੈਰੀਅਰ ਲਾ ਕੇ ਉਹਨਾਂ ਨੂੰ ਰੋਕਿਆ ਹੋਇਆ ਤੇ ਉਹ 24 ਘੰਟਿਆਂ ਤੋਂ ਉੱਥੇ ਭੁੱਖੇ ਆ, ਕਿਉਂਕਿ ਉਹਨਾਂ ਨੇ ਹੋਟਲ ਵਗੈਰਾ ਆਲੇ ਦੁਆਲੇ ਦੇ ਢਾਬੇ ਢੁੱਬੇ ਸਭ ਬੰਦ ਕਰਵਾਤੇ ਆ। ਇਹ ਮਤਲਬ ਕਿਉਂ ਸਰਕਾਰ ਕਰ ਰਹੀ ਆ? ਤੁਸੀਂ ਐਜੀਟੇਸ਼ਨ ਦਾ ਵੀ ਸਾਡਾ ਜਿਹੜਾ ਹੱਕ ਆ ਉਹ ਖੋ ਰਹੇ ਹੋ। ਸੰਵਿਧਾਨ ਸਾਨੂੰ ਇਸ ਗੱਲ ਦੀ ਗਰੰਟੀ ਦਿੰਦਾ ਵੀ ਅਸੀਂ ਪੀਸਫੁਲ ਡੈਮੋਨਸਟ੍ਰੇਸ਼ਨ ਕਰ ਸਕਦੇ ਹਾਂ ਜੀ। ਲੋਕਤੰਤਰ 'ਚ ਹਰ ਸ਼ਹਿਰੀ ਨੂੰ, ਦੇਸ਼ ਦੇ ਨੂੰ ਇਹ ਹੱਕ ਹੁੰਦਾ ਵੀ ਉਹ ਸ਼ਾਂਤੀਪੂਰਵਕ ਮੁਜ਼ਾਹਰਾ ਕਰ ਸਕਦਾ, ਹੜਤਾਲ ਕਰ ਸਕਦਾ, ਧਰਨਾ ਦੇ ਸਕਦਾ। ਬਿਲਕੁਲ। ਸੋ ਸਰਕਾਰ ਇੱਕ ਤਰ੍ਹਾਂ ਨਾਲ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਰਹੀ ਹੈ ਔਰ ਸਾਡਾ ਉਹ ਹੱਕ ਜਿਹੜਾ ਖੋਇਆ ਜਾ ਰਿਹਾ। ਤੁਸੀਂ ਦੇਖੋ ਉੱਥੇ 24 ਘੰਟੇ ਤੋਂ ਕਿਸਾਨ ਭੁੱਖਣ ਭਾਣੇ ਆ ਯੂਪੀ ਦੇ ਜਿਹੜੇ ਤੁਰੇ ਹੋਏ ਆ। ਬਿਲਕੁਲ। ਟਰੈਕਟਰ ਉਹਨਾਂ ਦੇ ਜ਼ਬਤ ਕੀਤੇ ਜਾ ਰਹੇ ਆ ਜੀ। ਸੋ ਇਹ ਸਰਕਾਰ ਦੀ ਬੁਰਸ਼ਾਗਰਦੀ ਨਹੀਂ ਤਾਂ ਹੋਰ ਕੀ ਹੈ। ਬਿਲਕੁਲ। ਸੋ ਇਹ ਜਿਹੜੇ ਸਰਕਾਰ ਜਿਹੜੀ ਆ ਲਗਾਤਾਰ ਹੀ ਇਸ ਤਰ੍ਹਾਂ ਦਾ ਜਿਹੜਾ ਪ੍ਰੈਸ਼ਰ ਦਾ ਪੇਚ ਪੰਜਾਬ 'ਚ ਤੁਸੀਂ ਦੇਖੋ ਪਈ, ਕੱਲ੍ਹ ਤੋਂ ਹੜਤਾਲ ਸ਼ੁਰੂ ਹੋਈ ਹੈ ਜੀ, ਆੜਤੀਆਂ ਤੇ ਛਾਪੇ ਮਰਵਾਏ ਆ। ਸੋ ਇਹ ਹੱਥ ਕੰਡੇ ਨੇ ਸਰਕਾਰ ਦੇ ਜੀ। ਅੱਛਾ, ਦੂਜੇ ਪਾਸੇ ਖੱਟੜ ਸਾਹਿਬ ਆਮ ਗੱਡੀ ਲੈ ਕੇ ਕਹਿੰਦੇ ਅੰਬਾਲੇ ਤੁਰੇ ਫਿਰਦੇ, ਆਖੇ ਨਗਰਪਾਲਿਕਾ ਦੀਆਂ ਇਲੈਕਸ਼ਨਾਂ 'ਚ ਮੈਂ ਤਾਂ ਜੀ ਭਾਸ਼ਣ ਦੇਣਾ ਕਹਿੰਦੇ। ਹਾਂਜੀ, ਉਹ ਤੁਸੀਂ ਦੇਖੋ ਜੀ ਵੀ ਅਗਰਸੈਨ ਚੌਂਕ ਦੀ ਕੱਲ੍ਹ ਦੀ ਗੱਲ ਆ। ਪੰਜਾਬ 'ਚ ਤਾਂ ਭਾਜਪਾ ਆਗੂਆਂ ਦਾ ਜੋ ਹਾਲ ਲੋਕ ਕਰ ਰਹੇ ਉਹ ਤੁਹਾਡੇ ਸਾਹਮਣੇ ਹੀ ਆ। ਬਿਲਕੁਲ। ਚਾਹੇ ਉਹ ਅਸ਼ਵਨੀ ਸ਼ਰਮਾ ਹੋਰੀ ਹੋਣ, ਚਾਹੇ ਉਹ ਮਨੋਰੰਜਨ ਕਾਲੀਏ ਵਰਗੇ ਹੋਣ, ਤੇ ਚਾਹੇ ਮਾਨਯੋਗ MP ਰਾਜ ਸਭਾ MP ਲੋਕ ਸਭਾ ਹੰਸਰਾਜ ਹੰਸੂਰੀ ਹੋਣ ਮੋਗੇ ਘੇਰੇ ਜੀ। ਹੁਣ ਹਰਿਆਣਾ ਜਿਹੜੇ ਖੱਟੜ ਸਾਹਿਬ ਕਹਿੰਦੇ ਸੀ ਵੀ ਸੂਬਾ ਸਾਰਾ ਮੇਰੇ ਨਾਲ ਹੈ, ਕਿਸਾਨ ਦੇ ਹੱਕ 'ਚ ਜਿਹੜੇ ਕਾਨੂੰਨ ਬਣਾਏ ਆ ਉਹ ਬਹੁਤ ਵਧੀਆ ਨੇ, ਤਾਂ ਮੇਰੇ ਸੂਬੇ ਦੇ ਲੋਕ ਖੁਸ਼ ਆ। ਪਹਿਲਾਂ ਤਾਂ ਉੱਥੋਂ ਦੀਆਂ ਖਾਪ ਪੰਚਾਇਤਾਂ ਨੇ ਵੱਡੀ ਗਿਣਤੀ ਦੇ ਵਿੱਚ ਸਮਰਥਨ ਕੀਤਾ। ਹਰਿਆਣੇ ਦੇ ਆਮ ਲੋਕ ਜਿਹੜੇ ਆ, ਜਿਹੜੇ ਖੇਤੀਬਾੜੀ ਵੀ ਨਹੀਂ ਕਰਦੇ, ਉਹ ਉੱਥੇ ਅੰਨ ਪਾਣੀ ਰਸਦ ਲੈ ਕੇ ਜਾ ਰਹੇ ਆ, ਸੇਵਾ ਪਾਣੀ ਕਰ ਰਹੇ ਆ। ਬਿਲਕੁਲ। ਰਾਹ ਦੇ ਵਿੱਚ ਲੋਕਾਂ ਨੇ ਆਪਣੇ ਢਾਬੇ ਮੁਫਤ ਕਰ ਦਿੱਤੇ, ਜਿਹਨਾਂ ਸੁਖਦੇਵ ਢਾਬਾ ਇੱਕ ਆ ਮੂਤਲ ਵਾਲਾ ਉਦਾਹਰਣ ਦੇਣੀ ਹੋਵੇ। ਬਿਲਕੁਲ। ਸੋ ਹੁਣ ਜੇ ਉਹ ਇੰਨੀ ਹਰਮਨ ਪਿਆਰਤਾ ਆ ਮਨੋਹਰ ਲਾਲ ਖੱਟਰ ਹੋਰਾਂ ਦੀ, ਇੰਨਾ ਜ਼ਬਰ ਕੀਤਾ ਮਤਲਬ ਕਿਸਾਨਾਂ ਤੇ ਰਾਹ ਰੋਕੇ, GT ਰੋਡ ਪੁੱਟੀ, ਪਾਣੀ ਦੀਆਂ ਵਾਛੜਾਂ ਮਾਰੀਆਂ, ਠੀਕ ਹੈ, ਅਥਰੂ ਗੈਸ ਦੇ ਗੋਲੇ ਛੱਡੇ, ਇਹ ਸਾਰੇ ਹਰਬੇ ਵਰਤ ਕੇ ਦੇਖ ਲੈ। ਬਿਲਕੁਲ। ਓਕੇ, ਹੁਣ ਕੱਲ ਦੀ ਕੀ ਗੱਲ ਆ ਵੀ ਕੱਲ ਅਗਰਸੈਨ ਚੌਂਕ ਅੰਬਾਲਾ ਉਹਨਾਂ ਦਾ ਵੱਡਾ ਸ਼ਹਿਰ ਆ ਜੀ। ਮਿਊਨਿਸਪਲ ਕਮੇਟੀ ਦੀਆਂ ਚੋਣਾਂ ਲਈ ਜਿਹੜੇ ਮੇਅਰ ਵਜੋਂ ਖੜੇ ਹੋ ਰਹੇ ਆ, ਉਹਨਾਂ ਦੇ ਮਤਲਬ ਪਤਨੀ ਦੇ ਹੱਕ ਦੇ ਵਿੱਚ ਕੋਈ ਰੈਲੀ ਸੀ, ਸੰਬੋਧਨ ਕਰਨੀ ਸੀ ਜੀ। ਉੱਥੇ ਜ਼ਿਮੀਂਦਾਰਾਂ ਨੇ, ਕਿਰਤੀਆਂ ਨੇ ਘੇਰ ਲੈ
ਕਾਲੇ ਝੰਡੇ ਦਿਖਾਏ, ਨਾਅਰੇਬਾਜ਼ੀ ਹੋਈ ਜੀ, ਫਿਰ ਸਰਕਾਰਾਂ ਕੀ ਕਰਦੀਆਂ ਹੁੰਦੀਆਂ, ਹਲਕਾ ਲਾਠੀ ਚਾਰਜ ਹੋਇਆ ਜੀ, ਠੀਕ ਆ, ਖੰਡਾਤ ਤੇ ਔਰ ਕਮਾਂਡੋ ਮਸੀਂ ਕੱਢ ਕੇ ਉਹਨਾਂ ਦੀ ਗੱਡੀ ਲੈ ਕੇ ਗਏ ਜੀ। ਹਰਮਨ ਪਿਆਰਤਾ ਦਿਸ ਪਈ ਉਹਨਾਂ ਦੀ ਵੀ ਕਿੰਨੇ ਕੁ ਹਰਮਨ ਉਹਨਾਂ ਪਿਆਰੇ ਦੀ ਆ। ਪਪੂਲੈਰਿਟੀ, ਹਰਮਨ ਪਿਆਰਤਾ। ਆਗੂ ਤਾਂ ਜਦੋਂ ਲੰਘਦੇ ਆ ਤਾਂ ਲੋਕ ਅੱਡੀਆਂ ਚੁੱਕ ਦੇਖਦੇ ਆ ਵੀ ਸਾਡਾ ਪ੍ਰਧਾਨ ਮੰਤਰੀ ਲੰਘ ਰਿਹਾ ਜਾਂ ਸਾਡਾ ਜਿਹੜਾ ਮੁੱਖ ਮੰਤਰੀ ਲੰਘ ਰਿਹਾ। ਹਾਂ, ਅੱਛਾ, ਇਦਾਂ ਹੀ ਨਾ ਇੱਕ ਹੋਰ ਇਹ ਕੰਮ ਸ਼ੁਰੂ ਕੀਤਾ ਇਹਨਾਂ ਨੇ, ਕਿਉਂਕਿ ਮੋਦੀ ਸਾਹਿਬ ਦੇ ਕਹਿੰਦੇ ਬੜੀ ਦੂਰ ਦੂਰ ਤੱਕ ਚਰਚੇ ਆ, ਵਿਦੇਸ਼ਾਂ 'ਚ ਵੀ ਬਹੁਤ ਇਹਨਾਂ ਦੀ ਲੋਕਪ੍ਰਿਯਤਾ ਆ ਜੀ। ਲਾਸ ਏਂਜਲਸ ਕੈਲੀਫੋਰਨੀਆ ਦੇ ਵਿੱਚ ਇੱਕ ਰੈਲੀ ਕਰਨ ਦੀ ਕੋਸ਼ਿਸ਼ ਕੀਤੀ ਮੋਦੀ ਦੇ ਜਿਹੜੇ ਅੱਜ ਕੱਲ੍ਹ ਉਹਨੂੰ ਖਾਸ ਨਾਂ ਦਿੱਤਾ ਗਿਆ, ਹਾਲਾਂਕਿ ਭਗਤ। ਹਾਂਜੀ। ਤੇ ਉਹਨਾਂ ਨੇ ਰੈਲੀ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਤੇ ਉੱਥੇ ਜਿਹੜੇ ਕਿਸਾਨਾਂ ਦੇ ਪੁੱਤ ਆ ਉਹਨਾਂ ਨੇ ਕਹਿੰਦੇ ਉੱਥੋਂ ਵੀ ਭਜਾਤੇ, ਉੱਥੇ ਵੀ ਨਹੀਂ ਰੈਲੀ ਹੋਣੀ। ਲਾਸ ਐਂਜਲਸ ਦੇ ਵਿੱਚ ਇਹਨਾਂ ਦੇ ਹਮੈਤੀਆਂ ਦੀ ਰੈਲੀ ਸੀ ਤਾਂ ਉੱਥੇ ਕਿਰਤੀ ਇਕੱਠੇ ਹੋ ਗਏ ਜੀ, ਕਹਿੰਦੇ ਵੀ ਅਸੀਂ ਉਸੇ ਮਿੱਟੀ ਦੇ ਜੰਮੇ ਜਾਏ, ਉਹੀ ਸਾਡਾ ਦੇਸ਼ ਆ, ਭਾਵੇਂ ਅਸੀਂ ਲੱਖ ਇੱਥੋਂ ਦੇ ਸ਼ਹਿਰੀ ਵੀ ਬਣ ਜਾਈਏ, ਅਸੀਂ ਜਿੱਥੋਂ ਦੇ ਜੰਪਲ ਆ, ਵੀ ਬਿਲੋਂਗ ਟੂ ਇੰਡੀਆ, ਹੈ ਨਾ। ਸੋ ਉਹ ਹਮੈਤੀ ਕੱਲ ਭਜਾਏ ਨੇ। ਅੱਜ ਸ਼ਾਇਦ ਆਪਾਂ ਨੂੰ ਇਹ ਜ਼ਰੂਰ ਜ਼ਿਕਰ ਕਰਨਾ ਚਾਹੀਦਾ ਤੇਜਪਾਲ ਜੀ ਵੀ ਅੱਜ 23 ਦਸੰਬਰ ਹੈ। ਅੱਜ ਚੌਧਰੀ ਚਰਨ ਸਿੰਘ ਮਰਹੂਮ ਜਿਹੜੇ ਕਿਸਾਨ ਨੇਤਾ ਸੀ, ਬਹੁਤ ਵੱਡੀ ਮਤਲਬ ਉਹਨਾਂ ਦੀ ਫੋਲੋਅਰ ਸੀਗੇ ਦੇਸ਼ ਦੇ ਵਿੱਚ, ਉਹਨਾਂ ਦਾ ਅੱਜ ਜਨਮ ਦਿਹਾੜਾ ਆ ਔਰ ਅੱਜ ਕਿਸਾਨਾਂ ਨੇ ਸੱਦਾ ਦਿੱਤਾ ਹੋਇਆ ਵੀ ਇੱਕ ਡੰਗ ਦੀ ਰੋਟੀ ਨਹੀਂ ਖਾਣੀ, ਹੈ ਨਾ। ਜੀ ਜੀ। ਸੋ ਇਹ ਕਿਸਾਨ ਦਿਹਾੜੇ ਵਜੋਂ ਅੱਜ ਦਾ ਦਿਨ ਮਨਾ ਰਹੇ ਆ। ਤਾਂ ਉਹਦੇ ਦੌਰਾਨ ਹੋਰ ਗੱਲਾਂ ਤੁਸੀਂ ਦੇਖੋ ਕਿੱਦਾਂ, ਇੱਕ ਬੰਨੇ ਤਾਂ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ। ਕੱਲ ਖੇਤੀਬਾੜੀ ਯੂਨੀਵਰਸਿਟੀ ਹੈ ਨਾ, PAU ਜੀ, ਉਹਦੇ ਮੁਲਾਜ਼ਮਾਂ ਨੇ, ਪ੍ਰੋਫੈਸਰਾਂ ਨੇ, ਟੀਚਿੰਗ ਫੈਕਲਟੀ ਨੇ, ਨਾਨ ਟੀਚਿੰਗ ਫੈਕਲਟੀ ਨੇ, ਸਾਰਿਆਂ ਨੇ ਉੱਥੇ ਰੈਲੀ ਕੱਢੀ ਆ ਔਰ ਕਿਸਾਨਾਂ ਦੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈਗਾ। ਠੀਕ ਹੈ। ਸੋ ਦੂਸਰੇ ਬੰਨੇ ਭਾਜਪਾ ਦੇ ਹਮੈਤੀ ਅਭੈ ਸਿੰਘ ਚਟਾਲਾ ਆ ਨਾ, ਹੁਣ ਤੱਕ ਬਾਦਲਾਂ ਨਾਲ ਯਾਰੀ ਰਹੀ ਹੈ ਇਹਨਾਂ ਦੀ। ਬਿਲਕੁਲ। ਕੱਲ ਇੱਕ ਬਿਆਨ ਦਿੱਤਾ ਵੀ ਜਦ ਤੱਕ SYL ਦਾ ਮੁੱਦਾ ਹੱਲ ਨਹੀਂ ਹੁੰਦਾ, ਸਾਨੂੰ ਪਾਣੀ ਨਹੀਂ ਮਿਲਦਾ, ਪੰਜਾਬ ਦੇ ਨਾਲ ਬਾਰਡਰ ਬੰਦ ਕਰ ਦਿਓ, ਲੋਕਾਂ ਦੀ ਤੇ ਗੱਡੀਆਂ ਦੀ ਆਵਾਜਾਈ ਜਾਣੀ ਕਿ ਬੰਦ ਕਰ ਦਿਓ। ਸੋ ਇਹੋ ਜਿਹੀਆਂ ਸਲਾਹਾਂ ਹੁਣ ਬਾਦਲਾਂ ਦੇ ਚਹੇਤੇ ਦੇ ਰਹੇ ਆ। ਜੀ 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 ਜੀ, ਜਿਨ੍ਹਾਂ ਦੀ ਬਾਦਲ ਸਪੋਰਟ ਕਰਦੇ ਸੀ ਹਰਿਆਣੇ ਦੇ ਵਿੱਚ। ਹਾਂ, ਅੱਛਾ, ਇਹ ਨਾ ਅੱਗੇ ਕੀ ਹੁੰਦਾ ਸੀ, ਹਰਿਆਣੇ 'ਚ ਕੋਈ ਬਿਆਨ ਆਉਂਦਾ ਸੀ ਜੀ ਤਾਂ ਉਹਨੂੰ ਕਾਊਂਟਰ ਜਿਹੜਾ ਕਰਦੇ ਸੀ ਅਸੀਂ ਪੰਜਾਬ ਵਾਲੇ ਕਰਦੇ ਸੀ, ਪੰਜਾਬ ਦੇ ਆਮ ਲੋਕੀ। ਬਾਦਲ ਹੁਣੀ, ਅਬੇ ਚੁਟਾਲੇ ਹੁਣੀ, ਇਹ ਤਾਂ ਸਭ ਇੱਕੋ ਹੀ ਥੈਲੀ ਦੇ ਚੱਟੇ ਵੱਟੇ, ਮਤਲਬ ਇਕੱਠੇ ਹੀ ਇੱਕ ਕੌਲੀ 'ਚ ਖਾਣ ਵਾਲੇ ਬੰਦੇ ਆ ਜੀ। ਤੇ ਹੁਣ ਕੀ ਹੋ ਰਿਹਾ, ਜਦੋਂ ਇਦਾਂ ਦਾ ਕੋਈ ਬਿਆਨ ਆਉਂਦਾ ਨਾ ਤੇ ਉਹ ਹਰਿਆਣੇ ਦੇ ਲੋਕ ਹੀ ਉਹਨਾਂ ਨੂੰ ਪੈ ਰਹੇ ਆ SYL ਤੇ ਉੱਤੇ। ਜਿੰਨਾ ਹਰਿਆਣੇ ਨੇ ਰਿਐਕਟ ਕੀਤਾ, ਮੇਰੇ ਖਿਆਲ ਪੰਜਾਬ ਨੇ ਵੀ ਉਹਨਾਂ ਨਹੀਂ ਕੀਤਾ। ਤੇ ਹੁਣ ਹਰਿਆਣੇ ਦੇ ਜਿਹੜੇ ਕਿਸਾਨ ਆ ਉਹ ਅੱਜ ਤੋਂ ਇੱਕ ਮੋਰਚਾ ਹੋਰ ਸ਼ੁਰੂ ਕਰ ਰਿਹਾ MLA ਘੇਰਨ ਦਾ ਜੀ। ਤੇ ਤੁਹਾਨੂੰ ਕੀ ਲੱਗਦਾ ਵੀ MLA ਕਿਸਾਨਾਂ ਦੀ ਗੱਲ ਮੰਨਣਗੇ ਜਾਂ ਕਿੱਦਾਂ? ਇਹ ਮੈਨੂੰ ਲੱਗਦਾ ਨਹੀਂ ਪਿਆ। ਪਹਿਲਾਂ ਉਹ ਦੁਸ਼ਯੰਤ ਚੌਟਾਲੇ ਹੋਰਾਂ ਨੂੰ ਘੇਰ ਚੁੱਕੇ ਨੇ, ਜਿਹੜੇ ਉੱਥੋਂ ਦੇ ਉਪ ਮੁੱਖ ਮੰਤਰੀ ਨੇ, ਉਹਨਾਂ ਦੇ ਤੇ ਹੋਰ MPs ਦੇ ਘਰ ਪਹਿਲਾਂ ਘਿਰ ਚੁੱਕੇ ਆ। ਹੁਣ ਉਹਨਾਂ ਨੇ ਅੱਜ ਤੋਂ, ਜਿਵੇਂ ਤੁਸੀਂ ਦੱਸਿਆ, MLA ਸਾਹਿਬਾਨ ਦੇ ਘਰ ਤਾਂ ਘੇਰਨਗੇ, ਪਰ ਜਿਹੜਾ ਉਹਨਾਂ ਨੇ ਇੱਕ ਨੰਨਾ ਫੜਿਆ ਹੁੰਦਾ ਨਾ, ਵੀ ਨੰਨਾ ਫੜਿਆ ਹੋਇਆ ਪਈ ਜਿਹੜੇ ਕਾਨੂੰਨ ਆ ਉਹਨਾਂ ਨੂੰ ਚੰਗੇ ਦਰਸਾਉਣ ਦਾ। ਸੋ ਮੈਂ ਹੈਰਾਨ ਆ ਵੀ ਕਿੰਨੀ ਢੀਠਤਾਈ ਨਾਲ ਭਾਜਪਾ ਦੇ ਆਗੂ ਜਿਹੜੇ ਆ ਉਹ ਪ੍ਰਚਾਰ ਕਰ ਰਹੇ ਆ ਕਾਨੂੰਨਾਂ ਦੇ ਚੰਗੇ ਹੋਣ ਬਾਰੇ। ਤਾਂ ਕਿੱਥੇ ਦਾ ਵਿਰੋਧ ਹੋ ਰਿਹਾ। ਕੱਲ ਤੁਸੀਂ ਹੋਰ ਦੇਖੋ ਪਈ ਉੱਥੇ ਸਵਾਮੀ ਰੂਪਚੰਦ ਜੈਨ ਸਕੂਲ ਹੈ ਜਗਰਾਵਾਂ ਦੇ ਵਿੱਚ, ਜਗਰਾਓਂ ਪ੍ਰੈਸ ਕਲੱਬ ਨੇ ਕਿਸਾਨੀ ਸੰਘਰਸ਼ 'ਚ ਮੀਡੀਆ ਦੀ ਭੂਮਿਕਾ ਤੇ ਸੈਮੀਨਾਰ ਕੱਲ ਹੁੰਦਾ ਜੀ। ਉੱਥੇ ਬੁਲਾਰੇ ਕਹਿੰਦੇ ਆ ਵੀ ਮੀਡੀਆ ਜਿੰਨਾ ਘਟੀਆ ਰੋਲ ਅਦਾ ਕਰ ਰਿਹਾ, ਕਿਉਂਕਿ ਬਹੁਤੇ ਜਿਹੜੇ ਮੀਡੀਆ ਜਿਹੜੇ ਗਰੁੱਪ ਨੇ ਉਹ ਕਾਰਪੋਰੇਟ ਅਦਾਰਿਆਂ ਦੀ ਜਰ ਖਰੀਦ ਹੈਗੀ ਆ। ਬਿਲਕੁਲ। ਤਾਂ ਇਸ ਕਰਕੇ ਉਹਨਾਂ ਦੀ ਹੀ ਮਤਲਬ ਉਹ ਸਿਫਤ ਸਲਾਹ ਕਰਦੇ ਆ, ਉਹਨਾਂ ਦੀ ਡੌਂਡੀ ਪਿੱਟ ਰਹੇ ਆ, ਉਹਨਾਂ ਦਾ ਹੀ ਪ੍ਰਚਾਰ ਕਰ ਰਹੇ ਹੈਗੇ ਆ। ਨਾਲ ਦੀ ਨਾਲ ਉੱਥੇ ਮੁੱਲਾਂਪੁਰ ਦਾਖਾ ਹੈ ਨਾ ਜੀ, ਜ਼ਿਲ੍ਹਾ ਲੁਧਿਆਣਾ ਦੇ ਵਿੱਚ, ਉੱਥੇ ਗੋਲਡਨ ਅਰਥ ਕਨਵੈਂਟ ਸਕੂਲ ਹੈ ਇੱਕ ਪੰਡੋਰੀ ਪਿੰਡ ਦੇ ਵਿੱਚ, ਹੈ ਨਾ। ਤੇ ਇੱਦਾਂ ਹੀ ਉੱਥੇ ਠੱਕਰਵਾਲ ਦਾ ਹਰਗੋਬਿੰਦ ਪਬਲਿਕ ਸਕੂਲ ਆ, ਉੱਥੋਂ ਦੇ ਮੁਲਾਜ਼ਮਾਂ ਨੇ, ਮੈਨੇਜਮੈਂਟ ਨੇ ਵੀ ਭੁੱਖ ਹੜਤਾਲ ਰੱਖੀ ਕੱਲ ਇੱਕ ਦਿਨ ਦੀ ਕਿਸਾਨਾਂ ਦੀ ਹਮਾਇਤ ਦੇ ਵਿੱਚ। ਸੋ ਇੱਕ ਬੰਨੇ ਤਾਂ ਲੋਕ ਇਸ ਹੱਦ ਤੱਕ ਅੰਦੋਲਨ ਦੀ ਹਮਾਇਤ ਕਰ ਰਹੇ ਆ, ਦੂਸਰੇ ਬੰਨੇ ਜਿਹੜੇ ਆ ਭਾਜਪਾਈ ਉਹ ਅਜੇ ਵੀ
ਜਿਹੜਾ ਆ ਉਹ ਲੀਹ ਤੇ ਆਉਂਦੇ ਮੈਨੂੰ ਦਿਸਦੇ ਨਹੀਂ। ਅੱਛਾ, ਹਮਾਇਤ ਇੱਕ ਹੋਰ ਪਾਸਿਓਂ ਬੜੀ ਵੱਡੀ ਆ ਰਹੀ ਆ ਜੀ। ਤੁਹਾਨੂੰ ਯਾਦ ਹੋਣਾ 2017 ਚ ਲੱਖਾਂ ਹੀ ਕਿਸਾਨ ਜਿਹੜਾ ਸੀਗਾ ਪੂਰੇ ਮਹਾਰਾਸ਼ਟਰ ਦਾ, ਉਹ ਪੈਦਲ ਮੁੰਬਈ ਵੱਲ ਤੁਰਿਆ ਸੀ, ਨੰਗੇ ਪੈਰੀਂ ਤੁਰਿਆ ਸੀ, ਉਹਨਾਂ ਦੇ ਪੈਰਾਂ 'ਚ ਛਾਲੇ ਹੋ ਗਏ, ਉਹਨਾਂ ਦੇ ਖੂਨ ਸਿੰਮਿਆ ਪੈਰਾਂ 'ਚੋਂ, ਪਰ ਉਹ ਮੁੰਬਈ ਪਹੁੰਚੇ ਸੀ, ਲੱਖਾਂ ਦੀ ਗਿਣਤੀ ਸੀ ਉਹਨਾਂ ਦੀ। ਉਹ ਸਾਰਾ ਗਰੁੱਪ ਜਿਹੜਾ ਆ ਉਹਨਾਂ ਦੇ ਉਸ ਜਥੇਬੰਦੀ ਨੇ ਕੱਲ੍ਹ ਚਾਲੇ ਪਾਤੇ ਆ ਦਿੱਲੀ ਨੂੰ ਜੀ। ਤੇ ਉਹਨੂੰ ਕਿੱਦਾਂ ਦੇਖਦੇ ਆ ਜੇ ਉਹ ਐਡਾ ਵੱਡਾ ਗਰੁੱਪ ਦਿੱਲੀ ਵੱਲ ਨੂੰ ਤੁਰ ਪਿਆ ਆ, ਤੇ ਇਹ ਜਿਹੜਾ ਰੋਜ਼ ਗੱਲਾਂ ਕਰਦੇ ਸੀ ਵੀ ਇਹ ਤਾਂ ਸਿਰਫ ਪੰਜਾਬ ਦਾ ਹੀ ਮਸਲਾ, ਇਹ ਤਾਂ ਪੰਜਾਬ ਦਾ ਹੀ ਫਲਾਨਾ ਆ, ਹੁਣ ਇਹਦਾ ਮਤਲਬ ਆ ਵੀ ਦਿੱਲੀ ਪੂਰੀ ਤਰ੍ਹਾਂ ਕਰੇਗੀ। ਦੇਖੋ, ਜੇ ਉਹ ਲੋਕ ਤੇਜਪਾਲ ਜੀ ਆ ਜਾਂਦੇ ਆ ਜਿਨ੍ਹਾਂ ਨੇ ਉਦੋਂ ਮਹਾਰਾਸ਼ਟਰ ਦੀ ਰਾਜਧਾਨੀ ਜਿਹੜੀ ਆ ਮੁੰਬਈ ਘੇਰੀ ਸੀ ਜੀ, ਤਾਂ ਫਿਰ ਤਾਂ ਤੁਸੀਂ ਦੇਖੋ ਵੀ ਦਿੱਲੀ ਦੀ ਬਿਲਕੁਲ ਹੀ ਘੇਰਾਬੰਦੀ ਹੋ ਜਾਣੀ ਆ। ਬਿਲਕੁਲ ਇੱਕ ਤਰ੍ਹਾਂ ਨਾਲ ਦਿੱਲੀ ਨੂੰ ਸਾਹ ਤਾਂ ਹੁਣੇ ਹੀ ਔਖਾ ਆ ਰਿਹਾ, ਕਿਉਂਕਿ ਬਹੁਤੇ ਬਾਰਡਰ, ਚਾਹੇ ਉਹ ਟਿਕਰੀ ਆ, ਚਾਹੇ ਗਾਜ਼ੀਪੁਰ ਵਾਲਾ ਆ, ਚਾਹੇ ਉਹ ਕੁੰਡਲੀ ਬਾਰਡਰ ਆ, ਚਾਹੇ ਉਹ ਸਿੰਘੂ ਬਾਰਡਰ ਆ, ਉਹ ਲੋਕ ਘੇਰ ਕੇ ਬੈਠੇ ਆ ਨਾ। ਤਾਂ ਸੈਂਕੜੇ ਮੀਲਾਂ ਦਾ ਬਲ ਪਾ ਕੇ ਲੋਕ ਦਿੱਲੀ ਪਹੁੰਚਦੇ ਆ ਔਖੇ ਸੌਖੇ ਜੇ ਕਿਸੇ ਨੇ ਆਉਣਾ ਜਾਣਾ ਆ। ਬਿਲਕੁਲ। ਤੇ ਜੇ ਉਹ ਮਹਾਰਾਸ਼ਟਰ ਵਾਲੇ ਦਿੱਲੀ ਪਹੁੰਚ ਜਾਂਦੇ ਆ, ਮਹਾਰਾਸ਼ਟਰ ਵਾਲਿਆਂ ਨਾਲ ਕਿਹੜਾ ਇਹ ਸਰਕਾਰ ਘੱਟ ਕਰਦੀ ਆ? ਉਹਨਾਂ ਦੇ 20 ਵਾਰੀ ਉਹਨਾਂ ਦੇ ਜਿਹੜੇ ਕਿੰਨੂ ਸੰਤਰੇ ਰੁਲਦੇ ਆ, 20 ਵਾਰੀ ਉਹਨਾਂ ਦਾ ਪਿਆਜ਼ ਰੁਲਦਾ ਹੈਗਾ ਸੜਕਾਂ ਤੇ। ਜਿੱਦਾਂ ਆਪਾਂ ਇੱਥੇ ਆਲੂ ਖਿਲਾਰਦੇ ਆ ਸੜਕਾਂ ਤੇ, ਉਹਨਾਂ ਨੂੰ ਪਿਆਜ਼ ਖਿਲਾਰਨਾ ਪੈਂਦਾ ਹੈਗਾ। ਤੇ ਉੱਥੇ ਵੀ ਜਿਹੜੀ ਮੁਨਾਫਾਖੋਰ ਆ ਉਹ ਇੱਦਾਂ ਹੀ ਜਿਹੜੇ ਸਸਤੇ ਭਾਅ ਤੇ ਇਹ ਚੀਜ਼ਾਂ ਲੈ ਕੇ ਮਹਿੰਗੇ ਭਾਅ ਵੇਚਦੇ ਹੈਗੇ, ਲੁੱਟ ਕਰਦੇ ਆ। ਠੀਕ ਹੈ ਨਾ। ਜਿਹੜੇ 5 ਰੁਪਏ ਕਿਲੋ ਸੰਤਰੇ ਆ ਜਾਂ ਕਿੰਨੂ ਆ, ਉਹਨਾਂ ਦਾ ਜੂਸ ਕੱਢ ਕੇ ਪੈਕ ਕਰਕੇ ਉਹੀ ਤੁਹਾਨੂੰ 30 ਰੁਪਏ ਦੀ ਡੱਬੀ ਏਡੀ ਕੁ ਮਿਲਦੀ ਆ, ਜਿਹੜੀ 2 ਘੁੱਟਾਂ ਦੇ ਵਿੱਚ ਖਤਮ ਹੋ ਜਾਂਦੀ ਆ। ਬਿਲਕੁਲ। ਤਾਂ ਸੋ ਹੁਣ ਜੇ ਉਹਨਾਂ ਦੀ ਆਪਾਂ ਕਹਿ ਲਓ ਪਈ ਦਿੱਲੀ ਵੱਲ ਨੂੰ ਉਹ ਧਾਉਂਦੇ ਆ, ਤਾਂ ਫਿਰ ਦਿੱਲੀ ਲਈ ਹੁਣੇ ਔਖਾ ਹੋਇਆ ਪਿਆ, ਤੇ ਭਲਕ ਨੂੰ ਕੀ ਬਣੂਗਾ। ਪਰ ਮੈਨੂੰ ਲੱਗਦਾ ਵੀ ਸਰਕਾਰ ਕੋਈ ਨਾ ਕੋਈ ਰਾਹ ਹੁਣ ਜ਼ਰੂਰ ਕੱਢੂਗੀ ਵੀ ਹੁਣ ਲੱਗਦਾ ਇੱਦਾਂ ਹੀ ਆ ਵੀ ਸਰਕਾਰ ਇਸ ਵੇਲੇ ਡਿੱਕੇ ਡੋਲੇ ਖਾ ਰਹੀ ਆ ਜੀ। ਅੱਛਾ, ਇੱਕ ਹੋਰ ਚੀਜ਼ ਜਿਹੜੀ ਆ, ਕੇਰਲਾ ਦੇ ਜਿਹੜੀ ਗਵਰਨਮੈਂਟ ਹੈਗੀ ਆ, ਉੱਥੇ ਦੇ ਚੀਫ ਮਿਨਿਸਟਰ ਸਾਹਿਬ ਨੇ, ਉਹਨਾਂ ਨੇ ਖੇਤੀ ਇਹ ਜਿਹੜੇ ਕਾਨੂੰਨ ਹੈਗੇ ਆ ਇਹਨਾਂ ਦੇ ਖਿਲਾਫ ਜਿੱਦਾਂ ਪੰਜਾਬ ਦੇ ਵਿੱਚ ਮਤੇ ਪਾਸ ਕੀਤੇ ਸੀਗੇ, ਇੱਦਾਂ ਹੀ ਮਤੇ ਪਾਸ ਕਰਨ ਨੂੰ ਉਹਨਾਂ ਨੇ ਸੈਸ਼ਨ ਵਿਧਾਨ ਸਭਾ ਦਾ ਬੁਲਾਉਣ ਦੀ ਜਿਹੜੀ ਉਹ ਡਿਮਾਂਡ ਰੱਖੀ ਹੈ, ਤੇ ਰਾਜਪਾਲ ਸਾਹਿਬ ਉਹਨਾਂ ਨੂੰ ਟਾਈਮ ਹੀ ਨਹੀਂ ਦੇ ਰਹੇ। ਤੁਸੀਂ ਦੇਖੋ ਵੀ ਰਾਜਪਾਲ ਆਮ ਤੌਰ ਤੇ ਕੇਂਦਰੀ ਹਕੂਮਤ ਲਾਉਂਦੀ ਆ ਜੀ। ਪੰਜਾਬ ਦੇ ਵਿੱਚ ਵੀ ਬੀਪੀ ਸਿੰਘ ਬਦਨੌਰ ਹੈਗੇ ਆ। ਬਿਲਕੁਲ। ਤਾਂ ਉੱਥੇ ਜਿਹੜੇ ਰਾਜਪਾਲ ਨੇ ਉੱਥੋਂ ਦੇ, ਸਰਕਾਰ ਇੱਕ ਚੁਣੀ ਹੋਈ ਸਰਕਾਰ ਦੀ ਗੱਲ ਨਾ ਸੁਣੇ ਰਾਜਪਾਲ, ਇਹ ਲੋਕਤੰਤਰ ਤਾਂ ਨਹੀਂ ਨਾ। ਇਹ ਤਾਂ ਲੋਕਤੰਤਰ ਦਾ ਜਨਾਜ਼ਾ ਕੱਢਣ ਦੀ ਗੱਲ ਹੈਗੀ ਆ ਨਾ। ਪੰਜਾਬ ਵਿਧਾਨ ਸਭਾ 'ਚ ਬਿੱਲ ਪਾਸ ਹੋਇਆ ਨੂੰ ਕਿੰਨਾ ਚਿਰ ਹੋ ਗਿਆ ਜੀ? ਪੂਰਨ ਬਹੁਮਤ ਦੇ ਨਾਲ ਵਿਰੋਧੀ ਧਿਰ, ਚਾਹੇ ਉਹ ਅਕਾਲੀ ਸੀ ਚਾਹੇ ਆਪ ਸੀ, ਤੇ ਕਾਂਗਰਸ ਦੇ ਨਾਲ ਰਲ ਕੇ ਉਹ ਬਿੱਲ ਪਾਸ ਹੋਏ ਆ ਨਾ। ਉਹ ਅੱਜ ਤੱਕ ਮਤਲਬ ਬੀਪੀ ਸਿੰਘ ਬਦਨੌਰ ਹੋਣੀ ਮਾਨਯੋਗ ਰਾਜਪਾਲ ਪੰਜਾਬ ਨੇ ਦਿੱਲੀ ਨੂੰ ਨਹੀਂ ਭੇਜੇ। ਬਿਲਕੁਲ। ਠੀਕ ਹੈ। ਸੋ ਇਹ ਸਰਕਾਰਾਂ ਦਾ ਧੱਕਾ ਹੀ ਆਪਾਂ ਕਹਾਂਗੇ ਜੀ। ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਮਿਲਦੇ ਹਾਂ ਬ੍ਰੇਕ ਤੋਂ ਦੂਜੇ ਪਾਸੇ। ਪੰਜਾਬ ਮੇਲ USA ਚੈਨਲ ਦਾ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਲੇਟੈਸਟ ਕੀ ਚੱਲ ਰਿਹਾ ਹੈ? ਅਮਰੀਕਾ ਦੀ ਸਿਆਸਤ ਕਿੱਦਾਂ ਰੰਗ ਬਦਲ ਰਹੀ ਹੈ? ਇਹ ਸਭ ਜਾਣਨ ਲਈ ਵੇਖੋ ਪੰਜਾਬ ਮੇਲ USA ਚੈਨਲ ਦਾ ਸਪੈਸ਼ਲ ਸ਼ੋ US Immigration and Politics with Attorney at Law ਜਸਪ੍ਰੀਤ ਸਿੰਘ। ਪੰਜਾਬ ਮੇਲ TV USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ। ਵੱਧਦੇ ਹਾਂ ਅਗਲੀ ਗੱਲ ਵੱਲ। ਸੱਤੀ ਸਾਹਿਬ, ਗੱਲਾਂ ਬਾਤਾਂ ਬਹੁਤ ਹੋ ਰਹੀਆਂ। ਇੱਕ ਗ੍ਰਹਿ ਰਾਜ ਮੰਤਰੀ ਨੇ ਨਿਤਿਆਨੰਦ ਰਾਏ ਜੀ, ਕੱਲ੍ਹ ਉਹਨਾਂ ਨੇ ਕਿਸਾਨਾਂ ਨੇ 1962 ਦੇ ਵਿੱਚ ਕਹਿੰਦੇ ਜਿਹੜੇ ਲੋਕਾਂ ਨੇ ਚਾਈਨਾ ਦਾ ਸਾਥ ਦਿੱਤਾ ਸੀ, ਇੰਡੀਆ ਦਾ ਸਾਥ ਨਹੀਂ ਦਿੱਤਾ, ਚਾਈਨਾ ਦਾ ਸਾਥ ਦਿੱਤਾ ਸੀ, ਕਹਿੰਦੇ ਕਿਸਾਨਾਂ ਨੂੰ ਉਹ ਬੰਦੇ ਗੁੰਮਰਾਹ ਕਰ ਰਹੇ ਆ। ਮੈਨੂੰ ਪਤਾ ਨਹੀਂ ਵੀ ਤੇਜਿੰਦਰ ਜੀ ਕਦੋਂ ਜਿਹੜਾ ਚੀਨ ਦਾ ਸਾਥ ਦਿੱਤਾ ਸੀ। ਇਹਨਾਂ ਦਾ ਸ਼ਾਇਦ ਇਸ਼ਾਰਾ ਮਾਓਵਾਦੀਆਂ ਵੱਲ ਹੋਵੇ ਜੀ। CPI ML ਉਸ ਵੇਲੇ ਸਰਗਰਮ ਸੀਗੀ, ਉਹਦੇ ਕਈ ਗਰੁੱਪ ਸੀਗੇ, ਕੋਈ ਨਾਗਾ ਰੈਡੀ ਗਰੁੱਪ ਆ, ਚਾਰੂ ਮਜ਼ੂਮਦਾਰ ਗਰੁੱਪ ਆ, ਪੂਲਾ ਰੈਡੀ ਗਰੁੱਪ ਸੀ ਪਹਿਲਾਂ ਤਾਂ, ਹੁਣ ਪਤਾ ਨਹੀਂ ਕਿਹੜੇ ਗਰੁੱਪ ਦੇ ਉਹ ਲੋਕ ਸੀਗੇ। ਤਾਂ ਹੁਣ ਇਹਨਾਂ ਨੂੰ ਕਿਸਾਨਾਂ 'ਚੋਂ, ਮਿਹਨਤ ਕਸ਼ਾਂ 'ਚੋਂ ਨਾ
ਸਾਰਾ ਕੁਝ ਉਹੀ ਦਿਸਦਾ। ਬਿਲਕੁਲ। ਜਾਂ ਤਾਂ ਉਹ ਅਰਬਨ ਨੈਕਸਲਾਈਟ ਇਹਨਾਂ ਨੂੰ ਦਿਸਦੇ ਆ, ਮਾਓਵਾਦੀ ਦਿਸਦੇ ਆ, ਖਾਲਿਸਤਾਨੀ ਦਿਸਦੇ ਆ ਜੀ। ਸੋ ਇਹ ਸਰਕਾਰ ਦੇ ਵੱਖ-ਵੱਖ ਜਿਹੜੇ ਮੰਤਰੀ ਨੇ, ਆਗੂ ਆ, ਤੁਸੀਂ ਦੇਖੋ ਵੀ ਕਿੱਦਾਂ ਦੇ ਪਹਿਲਾਂ ਬਿਆਨ ਦਿੰਦੇ ਨੇ। ਤੋਮਰ ਸਾਹਿਬ ਨੇ ਕਿਹੋ ਜਿਹਾ ਬਿਆਨ ਦਿੱਤਾ ਸੀਗਾ ਜੀ, ਠੀਕ ਹੈ। ਫਿਰ ਇਹਨਾਂ ਦੇ ਜਿਹੜੇ ਤਰਨ ਚੁੱਗ ਹੋਰੀ ਕਿੱਦਾਂ ਦੇ ਬਿਆਨ ਦਿੰਦੇ ਰਹੇ ਆ। ਹਰਜੀਤ ਗਰੇਵਾਲ ਸੁੱਖ ਨਾਲ ਅੱਜ ਕੱਲ ਆਪਣੇ ਉਹਦੇ ਪਿੰਡ ਵਾਲਿਆਂ ਨੇ ਉਹਦੇ ਬਾਈਕਾਟ ਕੀਤਾ ਹੋਇਆ, ਕਹਿੰਦੇ ਪਿੰਡ ਚ ਵੜ ਕੇ ਵਿਖਾਲੇ। ਪੂਰੇ ਗਰੇਵਾਲ ਭਾਈਚਾਰੇ ਨੇ, ਪੰਚਾਇਤ ਨੇ ਉਹਦਾ ਬਾਈਕਾਟ ਕੀਤਾ ਵੀ ਤੂੰ ਸਾਡਾ ਪੁੱਤ ਹੀ ਨਹੀਂ, ਬੜਬੋਲੇ ਕਿਸਮ ਦਾ ਬੰਦਾ ਆ। ਸੋ ਇਹ ਜਿਹੜੇ ਆਗੂ ਨੇ ਇਹ ਇਸ ਤਰ੍ਹਾਂ ਦੇ ਵੱਖ-ਵੱਖ ਬਿਆਨ ਦਿੰਦੇ ਆ ਰੋਜ਼ ਜੀ, ਲਹਿਰ ਨੂੰ ਬਦਨਾਮ ਕਰਨ ਲਈ, ਲੋਕਾਂ ਨੂੰ ਬਦਨਾਮ ਕਰਨ ਲਈ। ਫਿਰ ਇੱਕ ਅੱਜ ਬਿਆਨ ਦਿੰਦੇ ਨੇ, ਅਗਲੇ ਦਿਨ ਉਤੋਂ ਸਟੈਪ ਬੈਕ ਕਰ ਜਾਂਦੇ ਆ, ਮੁੱਕਰ ਜਾਂਦੇ ਹੈਗੇ ਜੀ ਜੀ ਜੀ। ਤਾਂ ਇਹ ਵੀ ਉਸੇ ਲੜੀ ਦੇ ਬਿਆਨ ਦੇ ਰੂਪ ਵਿੱਚ ਮੈਂ ਇਹਨੂੰ ਦੇਖਦਾ ਹੈਗਾ ਤੇ ਬਹੁਤੀ ਇਹਨੂੰ ਤਵੱਜੋ ਦੇਣ ਦੀ ਲੋੜ ਨਹੀਂ। ਇਸ ਵੇਲੇ ਕਿਸਾਨ ਏਕਤਾ ਮੋਰਚਾ ਜਿਹੜਾ ਸਾਡਾ ਮਤਲਬ ਕਿਰਤੀਆਂ ਦਾ ਪਲੇਟਫਾਰਮ ਆ, ਉਹਨੂੰ ਲੋਕਾਂ ਨੂੰ ਦੇਖਣਾ ਚਾਹੀਦਾ ਔਰ ਉਹ ਜ਼ਿਆਦਾ ਭਰੋਸੇਯੋਗਤਾ ਆ ਉਹਦੀ ਜੀ। ਤਾਂ ਟਰਾਲੀ ਟਾਈਮਜ਼ ਦਾ ਦੂਜਾ ਅੰਕ ਵੀ ਕੱਲ ਪਰਸੋਂ ਕੱਢ ਦਿੱਤਾ ਜੀ, 4 ਸਫ਼ਿਆਂ ਦਾ। ਇੱਕ ਹੋਰ ਸ਼ੁਰੂ ਹੋ ਗਿਆ, ਜੰਗ ਹਿੰਦ ਪੰਜਾਬ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਹੁਣੀ ਹਿਸਟੋਰੀਅਨ ਨੇ ਜੀ, ਉਹਨਾਂ ਨੇ ਸ਼ੁਰੂ ਕਰ ਦਿੱਤਾ ਉਹ ਜੀ। ਤਾਂ ਇਸ ਕਰਕੇ ਲੋਕ ਹੁਣ ਇਹਨਾਂ ਦੀ ਗੱਲ ਸੁਣਦੇ ਨਹੀਂ, ਕੂੜ ਪ੍ਰਚਾਰ ਹੀ ਇਹਨੂੰ ਸਮਝਿਆ ਜਾ ਰਿਹਾ। ਬਿਲਕੁਲ। ਹੋਰ ਤਾਂ ਹੋਰ ਤੁਸੀਂ ਦੇਖੋ ਪਈ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਪਿੰਡ ਹੈ, ਨਾਲ ਲੱਗਦਾ ਉੱਥੋਂ ਕਪੂਰਥਲਾ ਸ਼ੁਰੂ ਹੋ ਜਾਂਦਾ, ਫਗਵਾੜਾ ਤੋਂ ਥੋੜਾ ਹਟਮਾ ਜਾ 5 ਟਨ ਰੂੜ ਲਾਗੇ ਇੱਕ ਚੁੱਪ ਚਪੀਤਾ ਜਾਂ ਪਿੰਡ ਆ, ਨਹਿਰ ਦੇ ਕੰਢੇ ਬਿਸਤ ਦੁਆਬ ਦੇ ਨਡਾਲੋਂ ਪਿੰਡ ਆ। ਬਿਲਕੁਲ। ਉੱਥੋਂ ਦਾ ਮੁੰਡਾ ਜਿਹੜਾ ਹਰ ਫਾਰਮਰ ਦੇ ਰੂਪ ਚ ਵੀ ਆਪਣੇ ਆਪ ਨੂੰ ਕਈ ਵਾਰੀ ਪੇਸ਼ ਕਰਦਾ, ਹਰਜੀਤ ਆ ਉਹਦਾ ਨਾਮ ਜੀ। ਸੋ ਉਹ ਦੇਸ਼ ਵਿਦੇਸ਼ ਰਹਿੰਦਾ, ਇੱਥੇ ਰਹਿੰਦਾ, ਫਿਲਮੀ ਲਾਈਨ ਨਾਲ ਜੁੜਿਆ ਅਦਾਕਾਰ ਆ, ਕਲਾਕਾਰ ਬੰਦਾ ਆ। ਇਹਨਾਂ ਨੇ ਉਹਦਾ ਪੋਸਟਰ ਚੁੱਕਿਆ ਭਾਜਪਾ ਨੇ ਜੀ, ਪੰਜਾਬ ਇਕਾਈ ਵਾਲਿਆਂ ਨੇ ਜੀ ਜੀ। ਤੇ ਉਹ ਖੁਸ਼ਹਾਲ ਜਿਹੜਾ ਇਹ ਕਹਿੰਦੇ ਨਾ ਵੀ ਕਿਸਾਨ ਖੁਸ਼ਹਾਲ ਆ, ਉਹਦੇ ਤੇ ਚਪਕਾਤਾ, ਵੰਡਿਆ, ਪੇਸਟ ਕੀਤਾ ਇੱਧਰ ਉੱਧਰ ਅਖਬਾਰਾਂ ਰਸਾਲਿਆਂ ਦੇ ਵਿੱਚ। ਉਹ ਦਿੱਲੀ ਜਾ ਕੇ ਬੈਠਾ ਮੋਰਚੇ ਤੇ ਉਹ ਕਿਸਾਨਾਂ 'ਚ ਬੈਠਾ। ਕੱਲ ਉਹਨੇ ਆਪਣੇ ਕਿਹਾ ਵੀ ਭਾਈ ਮੈਂ ਤਾਂ ਕਿਸਾਨਾਂ ਦੇ ਨਾਲ ਆ, ਕਿਸਾਨਾਂ ਦਾ ਪੁੱਤ ਆ, ਮੈਂ ਕਦੋਂ ਖੁਸ਼ਹਾਲ ਹੋ ਗਿਆ। ਔਰ ਉਹ ਕਹਿੰਦਾ ਵੀ ਜਿੱਦਾਂ ਇਹ ਖਾਲਿਸਤਾਨੀ ਸਾਨੂੰ ਦੱਸਦੇ ਆ, ਮਾਓਵਾਦੀ ਦੱਸਦੇ ਆ, ਕਹਿੰਦਾ ਜਿੱਦਾਂ ਹੋਰ ਲੋਕ ਪਰੇਸ਼ਾਨ ਆ ਨਾ ਦੇਸ਼ ਤੇ, ਵੀ ਇਹ ਹਰੇਕ ਤੇ ਲੇਬਲ ਲਾ ਦਿੰਦੇ ਨੇ, ਇੱਕ ਚੇਪੀ ਲਾਉਂਦੇ ਆ, ਤੇ ਕਹਿੰਦਾ ਇਦਾਂ ਹੀ ਮੈਂ ਵੀ ਪਰੇਸ਼ਾਨ ਆ। ਨਹੀਂ, ਪਰੇਸ਼ਾਨ ਤੇ ਉਹ ਹੈਗਾ, ਪਰ ਇਹਦੇ ਵਿੱਚ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਤਾਂ ਉਹ ਸਿੰਘੂ ਬਾਰਡਰ ਤੇ ਬੈਠਾ ਉਦੋਂ ਮਾਓਵਾਦੀ ਖਾਲਿਸਤਾਨੀ, ਜਦੋਂ ਬੀਜੇਪੀ ਦੇ ਪੋਸਟਰ ਤੇ ਉਹਦੀ ਫੋਟੋ ਲੱਗਦੀ ਉਦੋਂ ਦੇਸ਼ ਭਗਤ ਵੀ ਤੇ ਖੁਸ਼ਹਾਲ ਕਿਸਾਨ ਵੀ। ਹੁਣ ਕੱਲ ਰੌਲਾ ਰੱਪਾ ਪੂਰੀ ਦੁਨੀਆ 'ਚ ਇਹ ਪਿਆ, ਉਹਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਉਹਦੇ ਬਿਆਨ ਦੀ। ਤਾਂ ਹੁਣ ਭਾਜਪਾ ਨੇ ਮਤਲਬ ਉਸ ਪੋਸਟਰ ਤੋਂ ਉਹਦੀ ਤਸਵੀਰ ਨੂੰ ਹਟਾ ਦਿੱਤਾ ਹੈਗਾ ਜੀ। ਸੋ ਤੁਸੀਂ ਦੇਖੋ ਵੀ ਕਿੰਨਾ ਕੂੜ ਪ੍ਰਚਾਰ ਕਰਦੇ ਆ, ਕਿੰਨਾ ਝੂਠਾ ਜਾਣੀ ਕਿ ਇਹਨਾਂ ਦਾ ਹਿਸਾਬ ਕਿਤਾਬ ਹੈਗਾ। ਫਿਰ ਬਾਅਦ ਚ ਮੁੱਕਰ ਜਾਂਦੇ ਆ। ਤੇ ਹੁਣ ਆਹ ਤਾਂ ਜੱਗ ਜ਼ਾਹਰ ਗੱਲ ਆ, ਹਰਜੀਤ ਵਾਲੀ ਗੱਲ ਤਾਂ ਬਿਲਕੁਲ ਜੱਗ ਜ਼ਾਹਰ ਹੈ ਜੀ, ਆ ਚੁੱਕੀ ਆ। ਸੋ ਇਹਦੇ ਤੋਂ ਹੀ ਇਹਨਾਂ ਦੇ ਝੂਠ ਦਾ, ਇਹਨਾਂ ਦੇ ਪ੍ਰਚਾਰ ਦਾ, ਕੂੜ ਪ੍ਰਚਾਰ ਦਾ ਕਹਾਂਗਾ ਮੈਂ, ਲੋਕਾਂ ਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਜੀ। ਇੱਦਾਂ ਹੀ ਇੱਕ ਹੋਰ ਚੀਜ਼ ਹੈ, ਉਹਦੇ 'ਚ ਵੀ ਸਮਝ ਨਹੀਂ ਆਉਂਦੀ ਵੀ ਇਹ ਦੇਸ਼ ਭਗਤ, ਰਾਸ਼ਟਰਵਾਦ ਜਾਂ ਹੋਰ ਇਹ ਕਿਵੇਂ ਸੋਚਦੇ ਆ ਤੇ ਕਿਵੇਂ ਬਣਦੇ ਆ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 100 ਸਾਲ ਪੂਰੇ ਹੋਏ, ਠੀਕ ਆ। ਉਹੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜਦੋਂ CAA NRC ਦੇ ਵਿਰੁੱਧ ਖੜੀ ਹੁੰਦੀ ਆ, ਉੱਥੇ ਦੇ ਸਟੂਡੈਂਟਸ ਤੇ ਬੱਚਿਆਂ ਤੇ ਲਾਠੀ ਚਾਰਜ ਹੁੰਦਾ, ਹਾਂ, ਉਦੋਂ ਕਹਿੰਦੇ ਸੀ ਇਹ ਪਾਕਿਸਤਾਨ 'ਚ ਆ, ਹਾਂ, ਫੜ ਕੇ ਅੰਦਰ ਦਿੱਤੇ ਜਾਂਦੇ ਆ, ਠੀਕ ਹੈ ਨਾ। ਹੁਣ ਪ੍ਰਧਾਨ ਮੰਤਰੀ ਸਾਹਿਬ ਉੱਥੇ ਜਾ ਕੇ ਇਹ ਕਹਿ ਰਹੇ ਆ ਇਹਦੇ ਵਰਗੀ ਤਾਂ ਯੂਨੀਵਰਸਿਟੀ ਕੋਈ ਨਹੀਂ, ਔਰ ਰਾਸ਼ਟਰਵਾਦ ਤੇ ਦੇਸ਼ ਭਗਤੀ ਸਭ ਦੀ ਸਾਂਝੀ ਹੈ। ਇਹ ਕਿਵੇਂ, ਮਤਲਬ ਪਹਿਲਾਂ ਉਹ ਪਾਕਿਸਤਾਨ 'ਚ ਸੀ, ਹੁਣ ਉਹ ਰਾਸ਼ਟਰਵਾਦ ਤੇ ਦੇਸ਼ ਭਗਤ ਬਣ ਗਈ, ਇਹ ਕਿੱਦਾਂ ਆ? ਤੁਸੀਂ ਦੇਖੋ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜੀ, ਉੱਥੇ ਸੁੱਖ ਨਾਲ ਕ੍ਰਾਂਤੀਪਾਲ ਨਾ ਪੰਜਾਬੀ ਦੇ ਬੜੇ ਨਾਮਵਰ ਕਹਾਣੀਕਾਰ ਨੋਵਲਿਸਟ ਹੋਇਆ, ਰਾਮ ਸਰੂਪ ਅਣਖੀ ਜੀ ਜੀ ਜੀ, ਉਹਨਾਂ ਦੇ ਬੇਟੇ ਨੇ ਕੁਝ ਵਾਰੇ ਪਹਿਲਾਂ ਉੱਥੇ ਪੰਜਾਬੀ ਡਿਪਾਰਟਮੈਂਟ ਜਾਣੀ ਕਿ ਸ਼ੁਰੂਆਤ ਕਰਨ ਵਾਲੇ ਉਹ ਨੇ, ਕ੍ਰਾਂਤੀਪਾਲ ਹੋਰੀ। ਬਿਲਕੁਲ। ਤਾਂ ਉੱਥੇ ਯੂਪੀ ਦੇ ਇਕੱਲੇ ਮਤਲਬ ਸਿੱਖ ਨਹੀਂ, ਆਮ ਲੋਕ ਵੀ ਪੰਜਾਬੀ ਪੜ੍ਹਦੇ ਆ। ਬਿਲਕੁਲ। ਸੋ ਜਾਮੀਆ ਮਿਲੀਆ ਯੂਨੀਵਰਸਿਟੀ ਔਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਉੱਥੋਂ ਦੇ ਤਾਲਬ ਇਲਮਾਂ ਨੂੰ, ਵਿਦਿਆਰਥੀਆਂ ਨੂੰ ਇਹ ਅੱਤਵਾਦੀ ਦੱਸਦੇ ਰਹੇ ਆ, ਬਿਲਕੁਲ ਦੇਸ਼ ਵਿਰੋਧੀ ਦੱਸਦੇ ਰਹੇ ਆ, ਪਾਕਿਸਤਾਨ ਦੇ ਹਮੈਤੀ ਦੱਸਦੇ ਰਹੇ ਆ।
ਉਹਨਾਂ ਤੇ ਲਾਠੀਆਂ ਭਰਾਉਂਦੇ ਰਹੇ, ਗਾਹੇ ਬਗਾਹੇ ਫੜ ਕੇ ਅੰਦਰ ਦਿੰਦੇ ਰਹੇ, ਕੇਸ ਦਰਜ ਹੁੰਦੇ ਰਹੇ ਆ ਜੀ। ਹੁਣ ਤੁਸੀਂ ਪ੍ਰਧਾਨ ਮੰਤਰੀ ਦਾ ਸਾਡਿਆਂ ਦਾ ਨਵਾਂ ਪੈਂਤੜਾ ਦੇਖੋ ਤੇ ਹੁਣ ਉਹ ਕਹਿੰਦੇ ਆ ਵੀ ਰਾਸ਼ਟਰਵਾਦ ਸਾਰਿਆਂ ਦਾ ਸਾਂਝਾ ਆ। ਹਾਲੇ ਕੁਝ ਦਿਨ ਪਹਿਲਾਂ ਹੀ ਦੱਸਦੇ ਰਹੇ ਆ ਵੀ ਜਿਹੜੇ ਮੁਸਲਮਾਨ ਆ ਉਹ ਦੇਸ਼ ਧਰੋਹੀ ਆ, ਸਿੱਖ ਜਿਹੜੇ ਆ ਉਹ ਦੇਸ਼ ਧਰੋਹੀ ਆ, ਕੱਲੇ ਹਿੰਦੂ ਜਿਹੜੇ ਆ ਉਹ ਰਾਸ਼ਟਰਵਾਦੀ ਆ, ਉਹੀ ਰਾਸ਼ਟਰਵਾਦੀ ਆ। ਚਾਹੇ ਵੀਰ ਸਾਵਰਕਰ ਅਰਗੇ ਅੰਗਰੇਜ਼ਾਂ ਨੂੰ ਮਾਫੀਨਾਮਾ ਲਿਖ ਕੇ ਇੱਕ ਵਾਰੀ 10-10 ਵਾਰੀ ਮਾਫੀਨਾਮਾ ਲਿਖਿਆ, ਉਹ ਬਾਹਰ ਆਉਂਦੇ ਰਹੇ ਹੁਣ ਬਿਲਕੁਲ, ਤੇ ਕੁਰਬਾਨੀ ਉਹਨਾਂ ਦੀ ਜ਼ੀਰੋ ਹੋਵੇ ਦੇਸ਼ ਨੂੰ ਆਜ਼ਾਦ ਕਰਾਉਣ ਲਈ, ਤੇ ਹੁਣ ਇਹ ਰਾਸ਼ਟਰਵਾਦ ਲੋਕਾਂ ਨੂੰ ਸਮਝਾਉਣਗੇ। ਤੋਂ ਪ੍ਰਧਾਨ ਮੰਤਰੀ ਹੋਰਾਂ ਦਾ ਇਹ ਇੱਕ ਨਵਾਂ ਪੈਂਤੜਾ ਹੀ ਕਹਿ ਲਓ ਪਈ ਮਾੜਾ ਮੋਟਾ ਜਿਹੜਾ ਆ ਉਹ ਫੁੱਟਿੰਗ ਬਣਾਉਣ ਦੇ ਲਈ। ਹਾਂ, ਮੈਂ ਉਹੀ ਸੋਚ ਰਿਹਾ ਸੀ ਇਹਦੇ ਬਾਰੇ 'ਚ। ਮੈਂ ਕਿਹਾ ਇਹ ਰਾਸ਼ਟਰਵਾਦ ਜਿਹੜਾ ਪ੍ਰਧਾਨ ਮੰਤਰੀ ਹੁਣੀ ਕੱਲ ਕਹਿ ਰਹੇ ਆ ਜੀ, ਇਹ ਅਸਲੀ ਰਾਸ਼ਟਰਵਾਦ, ਅਸਲੀ ਦੇਸ਼ ਭਗਤੀ ਆ ਕਿ RSS ਵਾਲੇ ਰਾਸ਼ਟਰਵਾਦ ਜਿਹੜਾ ਇੱਕ ਨਵੀਂ ਪਰਿਭਾਸ਼ਾ ਦੇਤੀ। RSS ਬੇਸਿਕਲੀ ਰਾਸ਼ਟਰਵਾਦ ਨੂੰ ਇੱਕ ਨਵੀਂ ਪਰਿਭਾਸ਼ਾ ਦਿੱਤੀ ਹੋਈ ਅੱਜ ਕੱਲ੍ਹ। ਜਿਹੜਾ ਵੀ ਬੰਦਾ ਸਰਕਾਰ ਦੇ ਖਿਲਾਫ ਬੋਲਦਾ ਉਹ ਐਂਟੀ ਨੈਸ਼ਨਲ ਹੋ ਜਾਂਦਾ। ਸੋ ਇੱਥੇ ਜਿਹੜਾ ਰਾਸ਼ਟਰਵਾਦ ਆ ਉਹ ਕਿਹੜਾ ਆ, ਦੇਸ਼ ਭਗਤੀ ਵਾਲਾ ਕਿ RSS ਵਾਲਾ? ਇਹ ਦੇਖਣ ਵਾਲੀ ਗੱਲ ਆ ਨਾ ਤੇਜਪਾਲ ਜੀ। ਤੁਸੀਂ ਦੇਖੋ ਭਈ ਹੁਣ ਉਹ ਲੋਕ ਜਿਹੜੇ ਮਾਫੀਆਂ ਦੇ ਕੇ ਜੇਲ੍ਹਾਂ 'ਚੋਂ ਛੁੱਟਦੇ ਰਹੇ ਹੋਣ, ਬਿਲਕੁਲ, ਤੇ ਦੇਸ਼ ਦੀ ਕੁਰਬਾਨੀ ਲਈ ਕਿਤੇ ਡੱਕਾ ਬਣ ਕੇ ਮਤਲਬ ਦੂਰਾ ਨਾ ਕੀਤਾ ਹੋਵੇ, ਉਹ ਲੋਕ ਹੁਣ ਸਾਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾ ਰਹੇ ਆ ਜੀ। ਦੇਸ਼ ਉਹਨਾਂ ਕੱਲਿਆਂ ਦੀ ਜਗੀਰ ਨਹੀਂ ਗੀ, ਬਿਲਕੁਲ, ਦੇਸ਼ ਕੱਲਾ ਹਿੰਦੂਆਂ ਦੀ ਜਗੀਰ ਨਹੀਂ। ਦੇਸ਼ ਸਿੱਖਾਂ, ਹਿੰਦੂਆਂ, ਸਾਈਆਂ, ਮੁਸਲਮਾਨਾਂ, ਯਹੂਦੀਆਂ, ਪਾਰਸੀਆਂ, ਸਾਡਾ ਦੇਸ਼ ਸਾਰਿਆਂ ਲਈ ਆ। ਇਹ ਵੱਖ-ਵੱਖ ਰੰਗਾਂ ਦੇ ਫੁੱਲਾਂ ਦਾ ਗੁਲਦਸਤਾ ਆ, ਵੱਖ-ਵੱਖ ਫੁੱਲਾਂ ਦਾ ਗੁਲਦਸਤਾ ਹੈ ਹਿੰਦੁਸਤਾਨ, ਭਾਰਤ, ਇੰਡੀਆ। ਇਹ ਇਕੱਲਾ ਮਤਲਬ RSS ਦਾ ਦੇਸ਼ ਨਹੀਂ ਗਾ, ਬਿਲਕੁਲ। ਜਿੰਨਾ ਉਹਨਾਂ ਨੂੰ ਹੱਕ ਆ ਇੱਥੇ ਰਹਿਣ ਦਾ, ਜੀਣ ਦਾ, ਵਧਣ ਫੁੱਲਣ ਦਾ, ਉਨਾ ਹੀ ਹਰ ਦੂਸਰੇ ਨਾਗਰਿਕ ਨੂੰ ਆ, ਹਰ ਦੂਸਰੇ ਵਰਗ ਨੂੰ ਆ, ਜਾਤ ਨੂੰ ਆ, ਧਰਮ ਨੂੰ ਆ ਜੀ। ਸਤੀ ਸਾਹਿਬ, ਇੱਕ ਹੋਰ ਹਿਪੋਕ੍ਰੇਸੀ ਦੀ ਮੈਂ ਗੱਲ ਕਰਦਾ ਜੀ, ਇਹਦੀ BJP ਦੀ। ਇੱਕ ਪਾਸੇ ਵਿੰਟਰ ਸੈਸ਼ਨ ਨਹੀਂ ਸੱਦਿਆ ਜਾ ਰਿਹਾ ਵੀ ਭਾਈ ਕਰੋਨਾ ਆ, ਸਾਡੇ 543 ਮੇਰੇ ਖਿਆਲ MPs ਹੈਗੇ ਆ, ਠੀਕ ਹੈ ਜੀ। ਤੇ ਦੂਜੇ ਪਾਸੇ ਜਦੋਂ ਨਗਰ ਪਾਲਿਕਾ ਚੋਣਾਂ ਹੋ ਰਹੀਆਂ ਹਰਿਆਣੇ 'ਚ, ਜਿੱਥੇ ਖੱਟੜ ਸਾਹਿਬ ਵੀ ਘਿਰੇ ਆ ਕੱਲ੍ਹ, ਉੱਥੇ 500 ਬੰਦੇ ਦੀ ਸਭਾ ਨੂੰ ਇਜਾਜ਼ਤ ਦਿੱਤੀ ਹੋਈ ਹੈ। ਇਹ ਕਿਹੋ ਜਿਹਾ, ਇਹ ਸਾਰੀਆਂ ਚੀਜ਼ਾਂ ਕੰਟਰਾਡਿਕਟ ਕਰਦੀਆਂ। ਉਧਰ ਵੈਸਟ ਬੰਗਾਲ 'ਚ ਤੁਰੇ ਫਿਰਦੇ, ਉੱਥੇ ਐਡੀਆਂ ਰੈਲੀਆਂ ਹੋ ਰਹੀਆਂ। ਇਹ ਤਾਂ ਕਹਿੰਦੇ ਹੁੰਦੇ ਆ ਭਈ ਹਾਥੀ ਦੇ ਦੰਦ ਖਾਣ ਨੂੰ ਹੋਰ, ਦਿਖਾਉਣ ਨੂੰ ਹੋਰ, ਕਾਨੂੰਨ ਤਕੜਿਆਂ ਲਈ ਹੋਰ, ਸਾਧਨਹੀਣਾਂ ਨੂੰ, ਮਾੜਿਆਂ ਲਈ ਹੋਰ। ਸੋ ਉਧਰ ਬੰਗਾਲ ਦੇ ਵਿੱਚ ਰੈਲੀਆਂ ਕਰ ਰਹੇ ਆ। ਸੁੱਖ ਨਾਲ ਤੀਜੇ ਕੁ ਦਿਨ ਸਾਡੇ ਗ੍ਰਹਿ ਮੰਤਰੀ, ਉਹ ਕਿਸਾਨਾਂ ਕੋਲ ਤਾਂ ਹਾਲੇ ਤੱਕ ਆਏ ਨਹੀਂ, ਜਿਹੜੇ ਬਿਲਕੁਲ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਆ, ਉਹ ਬੰਗਾਲ ਨੂੰ ਜਾਂਦੇ ਆ, ਠੀਕ ਹੈ। ਫਿਰ ਕਿਤੇ ਕਿਤੇ ਉਹਨਾਂ ਦੇ ਕਾਫਲਿਆਂ 'ਤੇ ਹਮਲੇ ਵੀ ਹੁੰਦੇ ਆ, ਜਿਹਨਾਂ ਬਾਰੇ ਆਮ ਹੀ ਆ ਵੀ ਆਪ ਹੀ ਕਰਵਾ ਰਹੇ ਨੇ, ਠੀਕ ਹੈ। ਸੋ ਦੂਜੇ ਬੰਨੇ ਹੁਣ ਇਹੋ ਜਿਹੀ ਜਿਹੜੇ ਖੱਟੜ ਹੋ ਰਹੀਆਂ, ਉਹ ਇੱਦਾਂ ਦੀਆਂ ਰੈਲੀਆਂ 'ਚ ਫਿਰਦੇ ਆ ਲੋਕਲ ਬਾਡੀ ਦੀਆਂ ਚੋਣਾਂ ਦੇ ਵਿੱਚ। ਤਾਂ ਇਹ ਬਾਕੀ ਲੋਕਾਂ ਨੂੰ ਸਮਝਾ ਰਹੇ ਆ ਵੀ ਕਰੋਨਾ ਬਹੁਤ ਮਾਰੂ ਆ, ਇਸ ਕਰਕੇ ਇਹਦੇ ਤੋਂ ਬਚੋ, ਸੋਸ਼ਲ ਡਿਸਟੈਂਸਿੰਗ ਰੱਖੋ, ਇੱਕ ਦੂਜੇ ਤੋਂ ਦੂਰ ਰਹੋ, ਭੀੜ ਨਾ ਕਰੋ। ਤਾਂ ਜਿਹੜੀ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਭੀੜ ਹੋ ਰਹੀ ਆ, ਉਹਦਾ ਕੋਈ ਨਹੀਂ, ਉਹ ਜਿਹੜੀ ਆ ਉਹਦੇ ਲਈ ਕੌਣ ਜਵਾਬ ਦੇ? ਬਿਲਕੁਲ, ਠੀਕ ਹੈ ਨਾ। ਤਬਲੀਗੀਆਂ ਨੂੰ ਤਾਂ ਅਦਾਲਤ ਹੁਣ ਬਰੀ ਕਰਦੀ ਆ, ਜਿਨ੍ਹਾਂ ਤੇ ਇਹਨਾਂ ਨੇ ਚਿੱਪੇ ਲਾਈ ਸੀ ਵੀ ਤਬਲੀਗੀਆਂ ਨੇ ਕਰੋਨਾ ਫੈਲਾਤਾ, ਬਿਲਕੁਲ, ਠੀਕ ਆ। ਉਹ ਕਰੋਨਾ ਹੁਣ ਨਹੀਂ ਕਰੋਨਾ ਫੈਲ ਰਿਹਾ। ਤਾਂ ਫਿਰ ਇਹ ਕਹਿੰਦੇ ਸੀਗੇ ਵੀ ਜਾਪ ਕਰਨ ਨਾਲ, ਮੰਤਰ ਕਰਨ, ਮਤਲਬ ਪੜ੍ਹਨ ਦੇ ਨਾਲ ਹੀ ਕਰੋਨਾ ਭੱਜ ਜਾਣਾ। ਉਹ ਕਰੋਨੇ ਨੇ ਤਾਂ ਬਹੁਤ ਜਾਨਾਂ ਲੈ ਲਈਆਂ ਹਿੰਦੁਸਤਾਨ ਦੇ ਵਿੱਚ, ਹੈ ਨਾ ਜੀ। ਤਾਂ ਜਿਹੜੇ ਕੋਈ ਹਾਲੇ ਕਿਰਤੀਆਂ ਨੂੰ ਕਰੋਨਾ ਘੱਟ ਚਿੰਬੜਿਆ, ਕਿਉਂਕਿ ਉਹ ਹੋਰ ਇਸ਼ਟ ਪੁਸ਼ਟ ਆ, ਕੰਮ ਕਰਦੇ ਆ, ਇਮਿਊਨਿਟੀ ਬਿਲਟ ਆ, ਉਹਨਾਂ ਦੀ ਜਿਹੜੀ ਆ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਬਥੇਰੀ ਆ ਉਹਨਾਂ ਦੇ ਵਿੱਚ। ਕਰੋਨਾ ਨੇ ਜ਼ਿਆਦਾ ਸੋਲ ਜਿਹੜੇ ਲੋਕ ਆ ਨਾ, ਜਿਹੜੇ ਇਹ AC ਕਮਰਿਆਂ 'ਚ, ਬੰਦ ਕਮਰਿਆਂ 'ਚ ਬੈਠ ਕੇ ਰਾਜ ਕਰਨ ਵਾਲੇ ਲੋਕ ਆ, ਉਹਨਾਂ ਨੂੰ ਜ਼ਿਆਦਾ ਢਾਇਆ ਦੇਖਣ 'ਚ ਜੀ। ਸੋ ਹੁਣ ਇਹਨਾਂ ਦੀਆਂ ਰੈਲੀਆਂ 'ਚ ਕਰੋਨਾ ਕਿਉਂ ਨਹੀਂ ਫੈਲ ਰਿਹਾ ਜੀ? ਇਹ ਵਿਚਾਰਨ ਵਾਲੀ ਗੱਲ ਆ ਨਾ। ਬਿਲਕੁਲ। ਅੱਛਾ, ਇਲੈਕਸ਼ਨ ਇੱਕ ਹੋਰ ਹੋ ਰਹੀ ਆ ਜੀ, ਜੰਮੂ ਕਸ਼ਮੀਰ ਦੀ ਇਲੈਕਸ਼ਨ ਜੀ। ਉਹਦਾ ਕੀ ਤੁਸੀਂ ਸੋਚਦੇ ਹੋ, ਜੋ ਉਹਦਾ ਰਿਜ਼ਲਟ ਆ ਰਿਹਾ? ਉਹਦਾ ਮੋਟੇ ਤੌਰ 'ਤੇ ਤੇਜਪਾਲ ਮਨਹਾਸ ਜੀ ਇਹ ਆ ਵੀ ਇਹਨਾਂ ਨੇ ਜਿਹੜਾ ਗੁਪਕਾਰ ਅਲਾਇੰਸ ਸੀਗਾ ਨਾ, ਬਿਲਕੁਲ, ਜਿਹਦੇ ਵਿੱਚ ਮੁਫਤੀ ਮਹਿਬੂਬਾ ਹੋਰੀ, ਚਾਹੇ ਉਹ ਸ਼ੇਖ ਅਬਦੁੱਲਾ ਹੋਰੀ, ਉਹਨਾਂ ਦਾ ਬੇਟਾ ਹੋਇਆ ਉਮਰ ਅਬਦੁੱਲਾ ਜੀ,
ਜਾਂ ਇਹ ਸਾਰਾ ਜਿਹੜਾ ਮੁਜ਼ੱਫਰ ਹੁਸੈਨ ਬੇਗ ਹੋਰੀ ਜੀ 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 ਇਹ ਸਾਰੇ ਜਿਹੜੇ ਉੱਥੋਂ ਦੇ ਸਿਆਸੀ ਦਲ ਆ ਉਹ ਇਕੱਠੇ ਹੋ ਗਏ ਸੀ। ਬਿਲਕੁਲ ਇਹਨਾਂ ਨੇ ਉਹਨੂੰ ਗੁਪਕਾਰ ਗੱਠਜੋੜ, ਗੁਪਕਾਰ ਉਹਨਾਂ ਦੇ ਘਰ ਦਾ ਨਾਮ ਆ, ਬਿਲਕੁਲ ਠੀਕ ਹੈ, ਫਾਰੂਕ ਅਬਦੁੱਲਾ ਸਾਹਿਬ ਦੇ ਘਰ ਦਾ ਨਾਂ ਆ। ਤੇ ਗੁਪਕਾਰ ਦੇ ਸ਼ਬਦਿਕ ਅਰਥ ਵੀ ਇਹੀ ਹੁੰਦੇ ਆ, ਜਿਵੇਂ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਵੀ ਚੁੱਪਚਾਪ ਆਪਣੇ ਕੰਮ 'ਚ ਲੱਗੇ ਰਹਿਣਾ। ਤਾਂ ਉਹ ਇਹ ਜਿਹੜੇ ਭਾਜਪਾ ਵਾਲੇ ਨੇ ਇਹ ਉਹਨੂੰ ਗੁਪਕਾਰ ਗੈਂਗ ਦੱਸਦੇ ਸੀਗੇ। ਜੀ ਜੀ। ਤਾਂ ਸੁੱਖ ਨਾਲ ਗੁਪਕਾਰ ਗੈਂਗ ਨੂੰ ਉੱਥੇ ਸਭ ਤੋਂ ਵੱਧ ਵੋਟਾਂ ਮਿਲੀਆਂ ਹੈਗੀਆਂ। ਉਹ ਸ਼ਾਇਦ ਤਾਂ ਵੀ ਉੱਥੇ ਵੋਟਾਂ EVM ਰਾਹੀਂ ਨਹੀਂ ਹੋਈਆਂ ਜੀ, ਇਸ ਕਰਕੇ ਬੈਲਟ ਤੇ ਹੋਈਆਂ। ਤਾਂ ਮੈਨੂੰ ਲੱਗਦਾ ਤਾਂ ਹੀ ਬਚਾਅ ਹੋ ਗਿਆ ਹੈਗਾ ਜੀ। EVM ਪੂਰੀ ਦੁਨੀਆ ਰੱਦ ਕਰ ਚੁੱਕੀ ਆ, ਹਿੰਦੁਸਤਾਨ 'ਚ ਹੀ ਕਿਉਂ ਉਹਦੇ ਤੇ ਜ਼ੋਰ ਦਿੱਤਾ ਜਾਂਦਾ ਵੀ ਵੋਟਾਂ ਜਿਹੜੀਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੇ ਨਾਲ ਹੋਣ ਜੀ। ਅੱਛਾ, ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਆ, ਜਿਹੜੇ ਕੱਲ੍ਹ ਬਿਆਨ ਆਏ ਆ ਗੁਪਕਾਰ ਵਾਲਿਆਂ ਦੇ, ਉਹਨਾਂ ਨੇ ਕਿਹਾ ਵੀ ਭਾਈ ਇਹ ਲੋਕਾਂ ਦਾ ਜਿਹੜਾ ਫਤਵਾ ਆ ਇਹ 370 ਜਿਹੜੀ ਇਹਨਾਂ ਨੇ ਹਟਾਈ ਆ, ਹਾਂਜੀ, ਤੇ 35A ਜੀ ਉਹਦੇ ਅਗੇਂਸਟ ਆਇਆ ਕਹਿੰਦੇ। ਠੀਕ ਹੈ, ਜੇ ਐਡੇ ਸਹੀ ਹੁੰਦੇ ਤਾਂ ਬੀਜੇਪੀ ਨੇ ਜਿੱਤਣਾ ਸੀ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਇਹ ਇੱਕ ਤਰ੍ਹਾਂ ਨਾਲ ਲੋਕਾਂ ਨੇ ਉਸ ਸਭ ਕੁਝ ਦੇ ਖਿਲਾਫ ਫਤਵਾ ਹੀ ਦਿੱਤਾ ਜੋ ਕੇਂਦਰ ਦੇ ਹਾਕਮਾਂ ਨੇ ਸੂਬੇ ਦੇ ਨਾਲ ਕੀਤਾ ਹੈਗਾ। ਬਿਲਕੁਲ। ਦੂਸਰਾ ਇਹ ਆ ਵੀ ਉਹ ਲੋਕ ਜਿਹੜੇ ਆ ਉਹ ਪਹਿਲਾਂ ਤੋਂ ਹੀ ਦੇਖੋ ਦੇਸ਼ ਦਾ ਇੱਕ ਹਿੱਸਾ ਨੇ ਜੀ। ਉਹਨਾਂ ਨੂੰ ਸਿਰਫ ਇਹ ਆ ਵੀ ਉਹਨਾਂ ਨੇ ਦੇਸ਼ ਦੇ ਵਿੱਚ ਰਲੇਵਾਂ ਕੀਤਾ ਤੇ ਉਹਨਾਂ ਨੂੰ ਇੱਕ ਸਪੈਸ਼ਲ ਸਟੇਟਸ ਮਿਲਿਆ ਹੈਗਾ। ਬਿਲਕੁਲ। ਸੋ ਇਸ ਜਿਹੜੀ ਕੇਂਦਰੀ ਹੁਕੂਮਤ ਨੇ ਐਤਕੀ ਉਹ ਵੀ ਉਹਨਾਂ ਦਾ ਖੋਹ ਲਿਆ ਤੇ ਸ਼ਾਇਦ ਲੋਕਾਂ ਨੇ ਆਪਣੇ ਗੁੱਸੇ ਦਾ ਪ੍ਰਗਟਾਵਾ ਬੈਲਟ ਰਾਹੀਂ ਕੀਤਾ ਹੈ। ਬਿਲਕੁਲ, ਇਹਨਾਂ ਨੂੰ ਰੱਦ ਕਰਕੇ ਜੀ। ਅੱਛਾ, ਚਾਰਜ ਸ਼ੀਟ ਫਾਈਲ ਹੋ ਗਈ ਸੁਮੇਧ ਸਿੰਘ ਸੈਣੀ ਤੇ ਜੀ, ਜਿਹੜਾ ਬਲਵੰਤ ਸਿੰਘ ਮੁਲਤਾਨੀ ਕੇਸ ਹੈ ਜੀ, ਤੇ ਉਹਦੇ 'ਚ ਕੀ ਲੱਗਦਾ ਤੁਹਾਨੂੰ ਗਾਹਾਂ ਵੀ ਤਰੀਕਾਂ ਹੀ ਪੈਣਗੀਆਂ ਹਾਲੇ? ਦੇਖੋ ਅਜੇ ਤੱਕ ਨਿਆਂਪਾਲਿਕਾ ਜਿਹੜੀ ਆ ਨਾ ਉਹ ਜਿਹੜਾ ਆ ਦਖਲ ਅੰਦਾਜ਼ੀ ਤੋਂ ਕਿਸੇ ਹੱਦ ਤੱਕ ਆਪਾਂ ਕਹਿੰਦੇ ਆ, ਕਈ ਵਾਰ ਜੱਜ ਸਾਹਿਬਾਨ 'ਤੇ ਦਬਾਅ ਵੀ ਦੇਖਿਆ ਜਾਂਦਾ। ਇੱਕ ਜੱਜ ਕੋਲ ਸੁਣਵਾਈ ਲੱਗੀ ਹੁੰਦੀ ਆ ਤੇ ਉਹ ਕਹਿੰਦਾ ਵੀ ਮੈਂ ਸੁਣਵਾਈ ਨਹੀਂ ਕਰਨੀ, ਉਹਦਾ ਸਿੱਧਾ ਅਰਥ ਹੁੰਦਾ ਵੀ ਜੱਜ ਨੂੰ ਕਿਤੇੋਂ ਸਿਫਾਰਿਸ਼ ਕੀਤੀ ਜਾਂਦੀ ਜਾਂ ਉਹਦੇ 'ਤੇ ਦਬਾਅ ਪਾਇਆ ਜਾਂਦਾ ਹੈਗਾ ਜੀ। ਸੋ ਅਜੇ ਤੱਕ ਸਾਡੀਆਂ ਜਿਹੜੀਆਂ ਉੱਚ ਅਦਾਲਤਾਂ ਆ ਉਹ ਇਸ ਸਭ ਕੁਝ ਤੋਂ ਇੰਨੇ ਦਬਾਅ 'ਚ ਆਉਣ ਵਾਲੀਆਂ ਨਹੀਂ। ਤੇ ਦੇਖਦੇ ਹਾਂ ਜੇ ਇੰਨੇ ਵਰ੍ਹਿਆਂ ਬਾਅਦ ਚਾਰਜ ਸ਼ੀਟ ਘੱਟੋ ਘੱਟ ਇੱਕ ਸਾਬਕਾ DGP ਦੇ ਖਿਲਾਫ ਪੇਸ਼ ਹੋ ਜਾਣੀ, ਫਾਈਲ ਹੋ ਜਾਣੀ, ਉਹ ਆਪਣੇ ਆਪ 'ਚ ਹੀ ਵੱਡੀ ਗੱਲ ਆ ਜੀ। ਤੇ ਦੂਸਰਾ ਨਿਆਂ ਜਿਹੜਾ ਆ ਉਹ ਅਦਾਲਤ ਨੇ ਕਰਨਾ, ਠੀਕ ਆ, ਉਹ ਸਾਰੀਆਂ ਗੱਲਾਂ ਆਪਾਂ ਨੂੰ ਅਦਾਲਤ 'ਤੇ ਛੱਡ ਦੇਣੀਆਂ ਚਾਹੀਦੀਆਂ। ਅੱਛਾ, ਜਾਂਦੇ ਜਾਂਦੇ ਨਾ ਇੱਕ ਹਾਸੇ ਵਾਲੀ ਗੱਲ ਹੈ, ਰੁਲਦੂ ਸਿੰਘ ਮਾਨਸਾ ਆਪਣੇ ਕਿਸਾਨ ਲੀਡਰ ਨੇ ਹਾਂਜੀ, ਹੈ ਨਾ, ਤੇ ਉਹਨਾਂ ਨੂੰ ਨਾ ਕਿਸੇ ਨੇ ਪੁੱਛਿਆ ਸਵਾਲ, ਕਹਿੰਦੇ ਜੀ ਆਹ ਜਿਹੜਾ ਮੀਟਿੰਗ ਦਾ ਸੱਦਾ ਆਇਆ ਉਹ ਕਹਿੰਦੇ ਜੀ ਥਾਂ ਤੁਸੀਂ ਫਿਕਸ ਕਰੋ, ਤਰੀਕ ਤੁਸੀਂ ਫਿਕਸ ਕਰੋ। ਤਾਂ ਰੁਲਦੂ ਸਿੰਘ ਮਾਨਸਾ ਨੇ ਕਿਹਾ ਵੀ ਜਿਹੜੀ ਸਰਕਾਰ ਨਾਲ ਮੀਟਿੰਗ ਅਸੀਂ ਕਰਨੀ ਆ, ਕੁੜੀ ਵਾਲੇ ਸਾਹਾ ਕਢਾਉਂਦੇ ਹੁੰਦੇ ਆ ਜੀ, ਠੀਕ ਆ, ਤੇ ਅਸੀਂ ਤਰੀਕ ਉਹ ਦੱਸਣਗੇ ਤੇ ਥਾਂ ਜੇ ਕਹਿੰਦੇ ਉਹ ਕਹਿੰਦੇ ਆ ਵੀ ਥਾਂ ਦੱਸੋ, ਕਹਿੰਦਾ ਮੈਂ ਤਾਂ ਕਹਿੰਦਾ ਇੱਥੇ ਆ ਜਾਓ ਸਿੰਘੂ ਬਾਰਡਰ ਤੇ, ਇੱਥੇ ਬਹਿ ਕੇ ਮੀਟਿੰਗ ਕਰ ਲੈਂਦੇ ਆ। ਵੈਸੇ ਮੈਨੂੰ ਇੱਦਾਂ ਲੱਗਦਾ ਆ ਤੇਜਪਾਲ ਜੀ ਭਈ ਕਿਸਾਨ ਕਿਉਂ ਜਾਣ ਉੱਥੇ? ਬਿਲਕੁਲ, ਕਿਸਾਨਾਂ ਨਾਲ ਆਣ ਕੇ ਗੱਲ ਕਰੇ ਸਰਕਾਰ ਜੀ, ਠੀਕ ਹੈ ਨਾ। ਜਿਹੜੇ ਹਰਲ ਕਰਦੇ ਫਿਰਦੇ ਆ ਭਾਜਪਾ ਦੇ ਆਗੂ, ਉਹ ਆਪਣੇ ਪੰਜਾਬ ਦੇ ਖਾਸ ਕਰਕੇ ਉਹ ਕੇਂਦਰੀ ਆਗੂਆਂ ਨੂੰ ਕਹਿਣ ਵੀ ਭਾਈ ਉੱਥੇ ਜਾ ਕੇ ਗੱਲ ਕਰੋ ਉਹਨਾਂ ਦੇ ਨਾਲ। ਬਿਲਕੁਲ, ਠੀਕ ਹੈ ਨਾ। ਕੱਲ ਮਤਲਬ ਉਹ ਜਿੱਦਾਂ ਪਿੱਛੇ ਜੇ ਲੋਕ ਆਮ ਗੱਲ ਕਰਦੇ ਆ ਵੀ ਜੇ ਅਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਇਹ ਸਾਰੇ ਜਿਹੜੇ ਲੋਕ ਦਿੱਲੀ ਦੀਆਂ ਬਰੂਹਾਂ ਮੱਲ ਕੇ ਬੈਠੇ ਆ ਨਾ ਇਹ ਵਾਪਸ ਆ ਜਾਣਗੇ। ਬਿਲਕੁਲ, ਕਾਨੂੰਨ ਰੱਦ ਕਰ ਦੋ, ਕੁਛ ਨਹੀਂ ਗਿਆ, ਸਰਕਾਰ ਵੀ ਬਚੀ ਰਹਿ ਜਾਊਗੀ। ਬਿਲਕੁਲ, ਇਸ ਵੇਲੇ ਤਾਂ ਸਰਕਾਰ ਦੀ ਹੋਂਦ ਨੂੰ ਹੀ ਖਤਰਾ ਪੈਦਾ ਹੋਇਆ ਵੀ ਇਹ ਸਰਕਾਰ ਰਹਿਣੀ ਵੀ ਆ ਕਿ ਨਹੀਂ, ਸਰਕਾਰ ਵੀ ਡਿੱਗ ਸਕਦੀ ਆ। ਬਿਲਕੁਲ ਠੀਕ ਹੈ ਨਾ। ਜਦ ਦੇਸ਼ ਹੀ ਇਕੱਠਾ ਹੋ ਗਿਆ, ਪੂਰੇ ਦੇਸ਼ 'ਚ ਵਾਲ ਆਇਆ ਪਿਆ, ਬਿਲਕੁਲ, ਤਾਂ ਕੋਈ ਹਰਜ ਨਹੀਂ, ਅਜੇ ਵੀ ਡੁੱਲੇ ਬੇਰ ਦਾ ਕੁਛ ਨਹੀਂ ਵਿਗੜਿਆ। ਅਜੇ ਵੀ ਸਰਕਾਰ ਚਾਹੇ ਤਾਂ ਇਹ ਜਿਹੜਾ ਮਸਲਾ ਆ ਬਿੰਦ ਝੱਟ 'ਚ ਹੀ ਹੱਲ ਕਰ। ਸੋ ਸਰਦਾਰ ਰੁਲਦੂ ਸਿੰਘ ਮਾਨਸਾ ਦੀ ਗੱਲ ਮੰਨ ਲੈਣ। ਬਿਲਕੁਲ, ਮਾਨਸਾ ਸਾਹਿਬ ਦੀ ਗੱਲ ਤੇ ਅਮਲ ਕਰੇ ਸਰਕਾਰ, ਇਹ ਤਾਂ ਮਸਲਾ ਹੀ ਕੋਈ ਨਹੀਂ ਜੀ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸਤੀ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।